ਚੱਕਦੇ ਟੀਵੀ ਦੇ ਸਾਰੇ ਦਰਸ਼ਕਾਂ ਦਾ ਸਾਡੇ ਅੱਜ ਦੇ ਸ਼ੋਅ 1 ਆਵਰ ਦੇ ਵਿੱਚ ਸਵਾਗਤ ਹੈ, ਜਿੱਥੇ ਸਾਡੇ ਨਾਲ ਸਟੂਡੀਓ ਦੇ ਵਿੱਚ ਅੱਜ ਆਮ ਆਦਮੀ ਪਾਰਟੀ ਦੇ ਵੋਲੰਟੀਅਰ ਮੈਂਬਰ ਮੌਜੂਦ ਨੇ, ਗੌਤਮ ਸੇਵਦਾ ਜੀ ਤੇ ਦਵਿੰਦਰ ਧੂਰ ਜੀ। ਭਾਰਤ ਭਰ 'ਚ ਰਾਜਨੀਤੀ ਦਾ ਮਾਹੌਲ ਗਰਮਾਇਆ ਹੋਇਆ ਤੇ 7 ਅਪ੍ਰੈਲ ਤੋਂ ਲੈ ਕੇ 12 ਮਈ ਤੱਕ ਜਿਹੜੀਆਂ ਵੋਟਾਂ ਦਾ ਦੌਰ ਹੈ ਤੇ 16 ਮਈ ਨੂੰ ਜਨਤਾ ਆਪਣੀ ਮੋਹਰ ਲਾ ਕੇ ਦੱਸੂਗੀ ਕਿ ਉਹ ਕਿਸ ਨੂੰ ਚੁਣਨਾ ਚਾਹੁੰਦੀ ਹੈ। ਤੇ ਆਓ ਮਿਲੀਏ ਅੱਜ ਆਪਣੇ ਮਹਿਮਾਨਾਂ ਨੂੰ, ਗੌਤਮ ਸੇਵਦਾ ਜੀ ਤੇ ਦਵਿੰਦਰ ਧੂਰ ਜੀ। ਸਤਿ ਸ਼੍ਰੀ ਅਕਾਲ ਜੀ, ਨਮਸਕਾਰ ਜੀ। ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਸਾਡੇ ਸ਼ੋਅ 1 ਆਵਰ ਦੇ ਵਿੱਚ ਤੇ ਚੱਕਦੇ ਟੀਵੀ ਵੱਲੋਂ ਵੀ ਮੈਂ ਤੁਹਾਨੂੰ ਵੈਲਕਮ ਕਰਦਾ। ਸਭ ਤੋਂ ਪਹਿਲਾਂ ਜੀ ਅਸੀਂ ਤੁਹਾਡੇ ਬਾਰੇ ਜਾਣਨਾ ਚਾਹਾਂਗੇ ਕਿ ਤੁਸੀਂ ਕੈਨੇਡਾ ਕਿੱਦਾਂ ਆਏ, ਕੀ ਤੁਹਾਡੀ ਬੈਕਗ੍ਰਾਉਂਡ ਹੈ ਤੇ ਉਸ ਤੋਂ ਬਾਅਦ ਅਸੀਂ ਅੱਗੇ ਚੱਲਾਂਗੇ। ਗੌਤਮ ਜੀ ਤੁਹਾਡੇ ਤੋਂ ਸ਼ੁਰੂ ਕਰਦੇ ਹਾਂ ਪਹਿਲਾਂ। ठीक है जी, थैंक यू वेरी मच चक द टीवी फॉर गिविंग दिस अपॉर्चुनिटी टू अस। मेरा नाम जैसे कि आपने बताया गौतम सेवदा है। मैं राजस्थान सीकर का रहने वाला हूँ एंड मैंने एज ए नर्स काम किया है दिल्ली में और इंडिया में। उसके बाद में आई मूव टू दुबई, आई वर्क देयर फॉर ए लिटिल बिट। 2010 के लास्ट में मैं यहाँ पे आया एंड आफ्टर ए लिटिल स्ट्रगल आई गोट माई नर्सिंग डिग्री एंड आई एम वर्किंग एज ए नर्स इन ए हॉस्पिटल। सो वो जब मैं दिल्ली में था तभी से अरविंद केजरीवाल साहब वहाँ पे उनका परिवर्तन का काम चल रहा था उस 2004 के अंदर, और तभी से मैं उनको थोड़ा बहुत जानता हूँ, हल्का फुल्का उनके बारे में पढ़ता था न्यूज़पेपर्स वगैरह में। तो तभी से मैं इस मोमेंट से जुड़ा हुआ था कि यार कुछ देश में अच्छा होता है, यू नो, तो वी ऑल वांट टू बिकम पार्ट ऑफ दैट। और जब मैं यहाँ पे आया उससे पहले 2010 में जब वो इंडिया अगेंस्ट करप्शन चला, वो बहुत बड़ा आंदोलन था, उससे बहुत ज़्यादा उम्मीदें थी हमको। लेकिन जब वो आंदोलन ख़त्म हुआ, इन द सेंस वो जब कन्वर्ट हुआ पॉलिटिकल पार्टी में, तो वहाँ पर बहुत ज़्यादा डिस्टर्बेंसेज आई, राइट। तो मेरे लिए थोड़ा सा हार्ड था उस वक्त ये सोचना कि मैं किस पास से जाऊँ, राइट। बट लेटर ऑन आई केम टू रियलाइज दैट विदाउट गोइंग इन द पॉलिटिक्स एंड क्लीनिंग इट फ्रॉम इनसाइड, इट्स नॉट पॉसिबल फ्रॉम आउटसाइड, बिकॉज बाहर से सब कुछ करके देखा। तो दैट्स हाउ यू नो, मैं जब यहाँ पे आया 2010 के स्टार्टिंग में, तो वो वहाँ पे चल रहा था। उस लिटिल आफ्टर दैट मैंने यहाँ पे कुछ देखा कि यहाँ पे भी कुछ किया जाए, राइट। जितना भी मैंने यहाँ पे सर्च किया, कोई कुछ भी कर नहीं रहा था आम आदमी पार्टी। तो मैं और मेरे कुछ साथी मिलके हमने ये मोमेंट यहाँ पे स्टार्ट किया। हमने पहले कुछ पैम्पलेट्स बांटे, रेडियो स्टेशन पे गए, और आप जैसे जितने भी दर्शक हैं देखने वाले, उन सभी का, आप भाइयों का, सभी का बहुत अच्छा सहयोग मिला, साथ मिला, और सभी ने आगे आके खूब हमारी हेल्प की। तो दिस इज़ हाउ वी स्टार्टेड दिस मूवमेंट इन कैलगरी इन अगस्त 2013। ਜੀ ਦਵਿੰਦਰ ਜੀ ਤੁਸੀਂ ਹਾਂਜੀ, ਆਪਣੇ ਬਾਰੇ ਥੋੜਾ ਮੈਂ ਜਿਵੇਂ ਮੇਰਾ ਨਾਮ ਦਵਿੰਦਰ ਧੂਰ ਹਾਂਜੀ ਤੇ ਮੈਂ ਪਿੱਛੋਂ ਪੰਜਾਬ ਤੋਂ ਜ਼ਿਲ੍ਹਾ ਲੁਧਿਆਣਾ, ਪਿੰਡ ਸਾਡਾ ਜਵੱਦੀ ਹੈ, ਜਿਹੜਾ ਲੁਧਿਆਣੇ ਦਾ ਹੀ ਪਾਰਟ ਬਣ ਗਿਆ, ਉੱਥੋਂ ਬਿਲੋਂਗ ਕਰਦਾ। ਉੱਥੋਂ ਜਦੋਂ ਅਸੀਂ ਆਲਮੋਸਟ 94 ਦੇ ਵਿੱਚ ਜਦੋਂ ਮੈਂ ਇੱਥੇ ਆਇਆ, ਤੇ ਉਸ ਤੋਂ ਵੇਲੇ ਜਿਹੜੀ ਇੱਕ ਆਮ ਜਿਵੇਂ ਅਸੀਂ ਇਮੀਗ੍ਰੈਂਟ ਹੁੰਦੇ ਹਾਂ ਉਹੀ ਜ਼ਿੰਦਗੀ ਸ਼ੁਰੂ ਕੀਤੀ ਆ। ਪਿਛੋਕੜ ਮੇਰਾ ਐਜੂਕੇਸ਼ਨ ਦੇ ਵਿੱਚ ਆਮ ਏ ਫਾਰਮਾਸਿਸਟ, ਮੈਂ ਉੱਥੋਂ B.Pharm ਕਰਨ ਤੋਂ ਬਾਅਦ MBA, ਅਤੇ ਉਸ ਤੋਂ ਬਾਅਦ ਇੱਥੇ ਆ ਕੇ ਸ਼ੁਰੂਆਤ ਸਾਡੀ ਹੋਈ, ਪਹਿਲਾਂ ਟੈਕਸੀ ਚਲਾਈ ਥੋੜ੍ਹਾ ਜਿਹਾ ਚਿਰ, ਫਿਰ ਉਸ ਤੋਂ ਬਾਅਦ ਟਰਾਂਜ਼ਿਟ ਦੇ ਵਿੱਚ ਕੰਮ ਕੀਤਾ। ਟਰਾਂਜ਼ਿਟ ਵਿੱਚੋਂ ਕੰਮ ਕਰਨ ਤੋਂ ਬਾਅਦ ਸਾਡਾ ਆਪਣਾ ਬਿਜ਼ਨਸ ਆ, ਹੁਣ ਕਈ ਲਿਕਰ ਸਟੋਰ ਅਸੀਂ ਓਨ ਕਰਦੇ ਹਾਂ। ਅਤੇ ਪਰ ਜਦੋਂ ਗੱਲ ਆਉਂਦੀ ਆ ਆਮ ਆਦਮੀ ਪਾਰਟੀ ਦੀ, ਉਹਦੇ ਵਿੱਚ ਜਿਹੜਾ ਐਕਚੁਅਲੀ ਮੇਰਾ ਝੁਕਾਓ ਉਦੋਂ ਸ਼ੁਰੂ ਹੋਇਆ ਜਦੋਂ ਅੰਨਾ ਹਜ਼ਾਰੇ ਦੀ ਮੂਵਮੈਂਟ ਸ਼ੁਰੂ ਹੋਈ ਸੀ। ਅਤੇ ਇੱਕ ਦਿਲ ਦੇ ਵਿੱਚ ਇੱਕ ਹੁੰਦਾ ਸੀ ਕਿ ਵੀ ਸਾਡੇ ਜਦੋਂ ਮਿਡਲ ਕਲਾਸ ਦੇ ਵਿੱਚ ਮੈਨੂੰ ਆਪ ਨੂੰ ਮਿਡਲ ਕਲਾਸ ਹੋਣ ਦਾ ਜਿਹੜਾ ਮਾਣ ਮਹਿਸੂਸ ਹੋਇਆ, ਉਹ ਕੈਨੇਡਾ ਦੇ ਵਿੱਚ ਆ ਕੇ ਹੋਇਆ। ਕਿਉਂਕਿ ਜਿਹੜੀਆਂ ਡਿਫਰੈਂਟ ਸਟੇਜਸ ਦੇ ਵਿੱਚੋਂ ਅਸੀਂ ਲੰਘੇ ਹਾਂ, ਉਹ ਸਟੇਜਸ ਦੇ ਵਿੱਚੋਂ ਜਦੋਂ ਉਹ ਸਟੇਜਸ ਜਾਂ ਤਾਂ ਸਾਡੀ ਕੋਈ ਆਰਟੀਫਿਸ਼ੀਅਲ ਜ਼ਿੰਦਗੀ ਸੀ, ਕਦੇ ਅਸੀਂ ਇੰਡੀਆ 'ਚ ਫੀਲ ਹੀ ਨਹੀਂ ਸੀ ਕੀਤਾ ਵੀ ਕਿ ਮਿਡਲ ਕਲਾਸ ਦੀ ਐਕਚੁਅਲ ਡੈਫੀਨੇਸ਼ਨ ਹੈ ਕੀ। ਉਸ ਦੇ ਵਿੱਚ ਜਦੋਂ ਮੈਂ ਉਹ ਮੂਵਮੈਂਟ ਨੂੰ ਦੇਖ ਰਿਹਾ ਸੀ, ਤਾਂ ਜਦੋਂ ਲੋਕੀ ਵੀ ਹਾਲਾਂਕਿ ਪੁਰਤਗਾਲ ਵੀ ਅਰਬਨ ਸਿਟੀਜ਼ ਦੇ ਵਿੱਚ ਇਨਵੋਲਵ ਨੇ, ਦੂਜੇ ਨਹੀਂ ਇਨਵੋਲਵ, ਪਰ ਵੈਨ ਆਈ ਸਾਹ ਦੈਟ ਦਿਸ ਇਜ਼ ਪੋਸੀਬਲ, ਸੋ ਮੇਰਾ ਥੋੜ੍ਹਾ ਜਿਹਾ ਝੁਕਾਅ ਉਹਦੇ ਵੱਲ ਵੱਧਦਾ ਗਿਆ ਮੂਵਮੈਂਟ ਵੱਲ। ਦੈਨ ਆਈ ਸਟੱਡੀਡ ਕਿ ਵੀ ਯੂ ਨੋ ਕਿ ਵੀ ਕੀ ਪਤਾ ਇੰਡੀਆ ਦੀ ਵੀ ਕੋਈ ਕਿਸਮਤ ਚੰਗੀ ਆ ਜਾਵੇ, ਅਤੇ ਵੀ ਸਾਡੇ ਵੀ ਜਿਹੜੀ ਮਿਡਲ ਕਲਾਸ ਜਿਹੜੀ ਸਟਰੋਂਗ ਹੋਣਾ, ਜਿੱਦ ਲੋਕਾਂ ਨੂੰ ਆਮ ਆਦਮੀ ਕਹਿਣ ਦੇ ਵਿੱਚ ਆਪਦੇ ਆਪ ਨੂੰ ਮਾਣ ਮਹਿਸੂਸ ਹੋਣ ਲੱਗੇ, ਉਸ ਵੇਲੇ ਮੇਰਾ ਝੁਕਾਅ ਵਧਿਆ। ਫਿਰ ਡਿਫਰੈਂਟ ਸਟੇਜਸ ਦੇ ਵਿੱਚੋਂ ਇਹ ਰਾਜਨੀਤੀ ਸ਼ੁਰੂ ਹੋਈ। ਰਾਜਨੀਤੀ ਦੇ ਵਿੱਚੋਂ ਕਹਿੰਦੇ ਨੇ ਵੀ ਪੰਜਾਬੀਆਂ ਨੂੰ ਰਾਜਨੀਤੀ ਦੇ ਵਿੱਚ ਜੰਮਦਿਆਂ ਤੋਂ ਹੀ ਸ਼ੌਂਕ ਹੁੰਦਾ, ਰਾਈਟ। ਜਦੋਂ ਉਦੋਂ ਸੀਗਾ ਸਾਨੂੰ ਵੀ ਸ਼ੌਂਕ ਸੀਗਾ, ਜਦੋਂ ਇਹ ਦੇਖਿਆ ਵੀ
ਦ ਵੇ ਆਈ ਥਿੰਕ ਦ ਮੂਵਮੈਂਟ ਵਾਸ ਗੋਇੰਗ ਔਨ ਕਿ ਵੀ ਇਹਦੇ 'ਚ ਜਿਹੜੀ ਜ਼ਰੂਰ ਇਹ ਆਊਗਾ ਕਿ ਕੋਈ ਪੋਲੀਟੀਕਲ ਅਟੈਚਮੈਂਟ ਹੋਊਗੀ। ਫਿਰ ਅਰਵਿੰਦ ਜੀ ਨੇ ਆਪਣੀ ਪਾਰਟੀ ਬਣਾਈ ਥੋੜ੍ਹਾ ਚਿਰ ਪਹਿਲਾਂ, ਪਰ ਜਦੋਂ ਅਸੀਂ ਉਹ ਮੂਵਮੈਂਟ ਨੂੰ ਵੀ ਨਾਲ ਕੰਪੇਅਰ ਕਰਦੇ ਹਾਂ ਕਿ ਇਲੈਕਸ਼ਨਸ ਬੜੀ ਜਲਦੀ ਆ ਗਈਆਂ ਸਾਲ ਦੇ ਵਿੱਚ, ਪਹਿਲਾਂ ਤਾਂ ਅਸੈਂਬਲੀ ਇਲੈਕਸ਼ਨ ਆਈਆਂ ਦਿੱਲੀ ਦੀਆਂ, ਹੁਣ ਪਾਰਲੀਮੈਂਟ ਦੀਆਂ ਇਲੈਕਸ਼ਨਸ ਆ ਰਹੀਆਂ ਨੇ, ਟਾਈਮ ਬਹੁਤ ਥੋੜ੍ਹਾ ਸੀ ਤੇ ਲੋਕਾਂ ਲਈ ਜਿਹੜੇ ਨਾ ਜਦੋਂ ਪਾਰਟੀ ਦਾ ਇੰਨਾ ਸਪੋਰਟ ਮਿਲਦੀ ਹੋਵੇ ਤੇ ਲੋਕਾਂ ਦੇ ਜਿਹੜੇ ਉਹ ਨੇ ਥੋੜ੍ਹੇ ਜਿਹੇ ਐਕਸਾਈਟਮੈਂਟ ਵੀ ਵੱਧਦੀ ਆ। ਐਕਸਾਈਟਮੈਂਟ ਬਣਦੇ ਨਾਲ ਕਿ ਡਰ ਬਹੁਤ ਲੱਗਦਾ ਕਿ ਦੇਖੋ ਜਿਹੜੀਆਂ ਸਾਡੀਆਂ ਮੂਵਮੈਂਟਸ ਹੋਈਆਂ ਸੀਗੀਆਂ, ਜੈ ਪ੍ਰਕਾਸ਼ ਨਾਰਾਇਣ ਦੀ ਮੂਵਮੈਂਟ ਸੀ, ਉਸ ਤੋਂ ਬਾਅਦ VP ਸਿੰਘ ਦੀ ਮੂਵਮੈਂਟ ਸੀ। ਜੈ ਪ੍ਰਕਾਸ਼ ਨਾਰਾਇਣ ਦੀ ਮੂਵਮੈਂਟ ਨੂੰ ਤਾਂ ਅਸੀਂ ਖੈਰ ਬੁੱਕਸ ਦੇ ਵਿੱਚ ਹੀ ਪੜ੍ਹਦੇ ਹਾਂ, ਉਦੋਂ ਕਾਫੀ ਛੋਟਾ ਸੀ ਮੈਂ, ਪਰ ਜਿਹੜੀ VP ਸਿੰਘ ਦੀ ਮੂਵਮੈਂਟ ਸੀ ਉਹ ਕਾਫੀ ਟਾਈਮ ਨਹੀਂ ਚੱਲੀਆਂ, ਸਾਲ 2 ਸਾਲ ਦੇ ਵਿੱਚ ਮੂਵਮੈਂਟ ਖਤਮ ਕਰ ਦਿੱਤੀਆਂ ਜਦ ਸਾਡੀ ਰਾਜਨੀਤੀ ਨੇ। ਇਸੇ ਕਰਕੇ ਸਾਨੂੰ ਥੋੜ੍ਹਾ ਜਿਹਾ ਇਹ ਤੋਂ ਡਰ ਵੀ ਲੱਗਦਾ ਮੂਵਮੈਂਟ ਨੂੰ ਵੀ ਜਿੰਨਾ ਐਕਸਾਈਟਮੈਂਟ ਲੋਕਾਂ ਦੇ ਵਿੱਚ ਆ ਵੀ ਨੀਡ ਅ ਸਟੇਬਲ ਐਕਸਾਈਟਮੈਂਟ ਕਿ ਇਟ ਇਜ਼ ਅ ਲੌਂਗ ਟਾਈਮ ਪ੍ਰੋਸੈਸ ਹੈ ਨਾ। ਤੇ ਉਸ ਦੇ ਵਿੱਚ ਮੈਂ ਉਮੀਦ ਇਹੀ ਕਰਦਾ, ਜਿਵੇਂ ਗੌਤਮ ਜੀ ਨੇ, ਸਾਡੇ ਹੋਰ ਵਲੰਟੀਅਰ ਇੱਥੋਂ ਵੀ ਜੁੜੇ ਹੋਏ ਨੇ, ਆਲ ਓਵਰ ਦੀ ਵਰਲਡ ਜੁੜੇ ਹੋਏ ਨੇ, ਕਿ ਇਹ ਨਹੀਂ ਹੈਗਾ ਕਿ ਅਸੀਂ ਅੱਜ ਜੁੜੀਏ, ਲੰਬੇ ਸਮੇਂ ਲਈ ਜੁੜਨਾ ਚਾਹੁੰਦੇ। ਤੇ ਦਵਿੰਦਰ ਜੀ, ਇਹ ਗੱਲਾਂ ਜਿਹੜੀਆਂ ਰੈਵੋਲੂਸ਼ਨ ਤੱਕ ਹੁਣ ਪਹੁੰਚ ਗਈਆਂ, ਇਹਦੇ ਬਾਰੇ ਅਸੀਂ ਫਿਰ ਦੁਬਾਰਾ ਹੁਣ ਅੱਗੇ ਵੀ ਗੱਲ ਕਰਾਂਗੇ, ਪਰ ਮੈਂ ਤੁਹਾਡੇ ਤੋਂ ਇਹ ਪੁੱਛਣਾ ਚਾਹੁੰਦਾ ਕਿ ਜਿਹੜੀਆਂ ਭਾਰਤ 'ਚ ਚੋਣਾਂ ਹੁੰਦੀਆਂ ਨੇ ਇਹ ਸਪੈਸ਼ਲ ਹੁੰਦੀਆਂ ਨੇ ਸਾਰੀ ਦੁਨੀਆ ਵਾਸਤੇ, ਤੇ ਖਾਸ ਕਰ ਜਿਹੜੀ 2014 ਦੀਆਂ ਚੋਣਾਂ ਨੇ ਇਹਦੇ 'ਚ ਕੀ ਇਹੋ ਜਿਹਾ ਖਾਸ ਹੋਇਆ ਕਿ ਸਾਰੀ ਦੁਨੀਆ ਦੀਆਂ ਅੱਖਾਂ ਗੜੀਆਂ ਹੋਈਆਂ ਨੇ ਇਸ ਚੀਜ਼ 'ਤੇ? ਦੇਖੋ, ਜਿਹੜੀ ਖਾਸ ਚੋਣਾਂ ਦੇ ਵਿੱਚ ਜਿਹੜੀ ਪਹਿਲੀ ਗੱਲ ਇਹ ਹੈ, ਇੰਡੀਆ ਇਜ਼ ਦ ਬਿਗੇਸਟ ਡੈਮੋਕ੍ਰੇਸੀ ਇਨ ਦ ਵਰਲਡ, ਹੈ ਨਾ। ਜਿਹੜੇ ਚੋਣਾਂ ਦੇ ਵਿੱਚ ਲੋਕ ਪਾਰਟ ਲੈਂਦੇ ਆ, ਮੇਰਾ ਖਿਆਲ ਆਈ ਥਿੰਕ 1/3 ਆਫ ਦ ਟੋਟਲ ਵਰਲਡ ਪਾਪੂਲੇਸ਼ਨ ਪਾਰਟ ਲੈਂਦੀ ਹੈ, ਜਿਹੜੀ ਦੂਜਿਆਂ ਦੇ ਵਿੱਚ ਪਾਪੂਲੇਸ਼ਨ ਤਾਂ ਜਿਵੇਂ ਹੁਣ ਚਾਈਨਾ ਦੀ ਵੀ ਬਹੁਤ ਜ਼ਿਆਦਾ, ਪਰ ਕਮਿਊਨਿਸਟ ਹੋਣ ਕਰਕੇ ਉਹਨਾਂ ਨੂੰ ਸਾਡੇ ਵਰਗੀ ਡੈਮੋਕ੍ਰੇਸੀ ਦਾ ਅਧਿਕਾਰ ਨਹੀਂ ਮਿਲਿਆ ਹੋਇਆ। ਸਾਡੇ ਨਾਲ ਡੈਮੋਕ੍ਰੇਸੀ ਦੇ ਵਿੱਚ ਹੁਣ ਜਦੋਂ ਤੁਸੀਂ ਗੱਲ ਕੀਤੀ ਹੈ 2014 ਦੀ, ਜੇ ਅਸੀਂ ਪਿਛਲੀਆਂ ਇਲੈਕਸ਼ਨ ਤੇ ਲਾਈਏ, 5 ਸਾਲਾਂ ਬਾਅਦ ਇਲੈਕਸ਼ਨ ਹੁੰਦੀਆਂ ਨੇ, ਉਹ ਇਹ ਹੋਇਆ ਸੀ ਕਿ ਜਾਂ ਤਾਂ ਜਿਹੜੀਆਂ ਨੈਸ਼ਨਲ ਪਾਰਟੀ ਸੀ, ਪਹਿਲਾਂ ਤਾਂ ਉਹਨਾਂ ਨੇ ਜਾਤ ਪਾਤ ਦੇ ਆਧਾਰ ਤੇ ਵੰਡਣ ਦੀ ਕੋਸ਼ਿਸ਼ ਕੀਤੀ, ਫਿਰ ਦੂਜੀ ਵਾਰ ਉਹਨਾਂ ਨੇ ਧਰਮ ਤੇ ਵੰਡਣ ਦੀ ਕੋਸ਼ਿਸ਼ ਕੀਤੀ। 2-3 ਟੌਪਿਕ ਤੇ ਗੱਲ ਚੱਲਦੀ ਸੀ। ਜਦੋਂ ਨੈਸ਼ਨਲ ਪਾਰਟੀ ਨੂੰ ਲੱਗਿਆ ਵੀ ਸਾਡੀਆਂ ਸਟੇਟਸ ਦੇ ਵਿੱਚ ਸਾਡੀ ਨਹੀਂ ਹੋਂਦ ਰਹਿ ਸਕਦੀ, ਤਾਂ ਉਹਨਾਂ ਨੇ ਇੱਕ ਰੀਜਨਲ ਪਾਰਟੀਆਂ ਬਣਾਤੀਆਂ। ਜਿਹੜੀਆਂ ਰੀਜਨਲ ਪਾਰਟੀ ਸੀਗੀਆਂ ਉਹ ਇੱਕ ਬਟਾਊ ਮਾਲ ਦੇ ਵਾਂਗੂ ਹੁੰਦੀਆਂ ਨੇ, ਨਾ ਤਾਂ ਉਹਨਾਂ ਦੀ ਕੋਈ ਨੈਸ਼ਨਲ ਪਾਰਟੀ ਦੇ ਨਾਲ ਅਸੈਂਬਲੀ ਹੁੰਦੀ ਆ, ਇੱਕ ਤਰ੍ਹਾਂ ਦੀ ਐਕਸ਼ਨ ਹੁੰਦੀ ਆ ਵੀ ਉਹਨਾਂ ਨੂੰ ਜਿਹੜੇ ਮਿਨਿਸਟਰੀਆਂ ਕਿੰਨੀਆਂ ਮਿਲਣੀਆਂ ਨੇ ਜਾਂ ਉਹ ਮਿਲਣੀਆਂ ਨੇ। ਜਿਹੜੀ ਕੋਈ ਵੀ ਰਿਪਲੇਸਮੈਂਟ ਆਉਂਦੀ ਸੀ ਉਹਦੇ ਨਾਲ ਭਵਿੱਖ ਦੇ ਵਿੱਚ ਜਿਹੜਾ ਫਿਊਚਰ ਦੇ ਵਿੱਚ ਸੀ ਨਾ, ਜਿਹੜਾ ਲੁੱਟ ਮਚਾਓ ਚੱਲੀ ਹੋਈ ਸੀ ਉਹ ਨਹੀਂ ਚੱਲਦੀ ਸੀ। ਹੁਣ ਇਸ ਦੇ ਵਿੱਚ ਕੀ ਹੋਇਆ, ਜਿਹੜਾ ਤੀਜਾ ਫਰੰਟ ਬਣ ਕੇ ਆ ਰਿਹਾ, ਤੀਜਾ ਫਰੰਟ ਉਹ ਗੱਠਜੋੜ ਨਹੀਂ ਹੈਗਾ, ਉਹਦੇ ਵਿੱਚ ਇਹ ਆ, ਤੀਜਾ ਫਰੰਟ ਆ ਵੀ ਇੱਕ ਆਦਮੀ ਕਹਿੰਦਾ ਮੈਂ ਵੋਟ ਪਾਉਣ ਜਾਊਂਗਾ ਪਰ ਵੋਟ ਆਪਦੀ ਕੌਨਸ਼ੀਅਸ ਨਾ ਪਾਊਂਗਾ। ਗਿਣਤੀ ਉਹਨਾਂ ਦੀ ਘੱਟ ਜ਼ਰੂਰ ਹੋ ਸਕਦੀ ਆ, ਪਰ ਐਤਕੀ ਜਿਹੜੇ ਆਮ ਵੋਟਰ ਆ ਉਹਨਾਂ ਦੀ ਕੌਨਸ਼ੀਅਸ ਸ਼ਾਇਦ ਜਾਗ ਜਾਵੇ ਕਿ ਬੰਦਾ ਬਿਨਾਂ ਕਿਸੇ ਚੋਣ ਨਿਸ਼ਾਨ ਤੋਂ ਜਾਂ ਜਿਵੇਂ ਕੈਂਡੀਡੇਟ ਨੂੰ ਦੇਖੇ ਜਾਂ ਕਿਤੇ ਜਿਹੜੀ ਅਸੀਂ ਕਹਿੰਦੇ ਹਾਂ ਨਾ ਵੀ ਜਿਹੜੀ ਗ੍ਰਾਸ ਰੂਟ ਪੋਲਿਟਿਕਸ ਹੁੰਦੀ ਆ, ਸ਼ਾਇਦ ਉਮੀਦ ਕਰਦੇ ਹਾਂ ਵੀ ਉੱਥੇ ਤੱਕ ਲੋਕੀ ਆਪਦੀ ਕੌਨਸ਼ੀਅਸ ਯੂਜ਼ ਕਰਕੇ ਉਸ ਬਿਗੇਸਟ ਡੈਮੋਕ੍ਰੇਸੀ ਦੇ ਵਿੱਚ ਰਿਜ਼ਲਟ ਓਰੀਐਂਟਡ ਜਿਹੜਾ ਰਿਜ਼ਲਟ ਲੈ ਕੇ ਆਉਣਗੇ। ਠੀਕ। ਤੇ गौतम जी, ਤੁਸੀਂ ਕੀ ਇਸ ਬਾਰੇ सोचते हो? जैसा कि तूर साहब ने कहा, मैं उसी में थोड़ा सा ऐड करना चाहूँगा। देखो, चुनाव किसी भी कंट्री में होता है, वो ये तय करता है कि वो कंट्री किस दिशा में जा रही है, वहाँ पे क्या होने वाला है। अच्छा, डेमोक्रेसी का मतलब क्या है? डेमोक्रेसी की अगर अपन बात करें डेफिनेशन की, जनता का जनता के द्वारा जनता के लिए बनाया गया कानून, ठीक है। तो अगर हम देखें हिंदुस्तान में, आप भी वहाँ से आए हो, जो श्रोता सुन रहे हैं वो भी वहाँ से आए हैं, हमने सबने देखा है कि क्या वहाँ पे वो हो रहा है जिसके लिए डेमोक्रेसी बनाई गई थी? क्या हमको सही न्याय मिल रहा है? क्या हमको सही सारी सुविधाएं मिल रही है? क्या वहाँ पे एजुकेशन मिल रही है? क्या वहाँ पे हेल्थ केयर मिल रहा है? मैं जब यहाँ पे आया तो मैं मतलब चौंक गया इसको देख के कि यहाँ पे भी एक गवर्नमेंट है, यहाँ पे भी एक सिस्टम चल रहा है, यहाँ पे इतनी एडवर्स कंडीशंस है वेदर की और सारी चीज़ें, राइट। उसके बावजूद यहाँ पे सारा कुछ सिस्टम से चल रहा है, वहाँ पे क्यों नहीं चल रहा? तो इस गवर्नमेंट से उम्मीद ये करते हैं कि जैसे कि उन्होंने कहा कि वो थर्ड फ्रंट आ रहा है एक, और वो ऑनेस्ट लोग हैं, वो लोग कुछ सुधार चाहते हैं, कुछ अच्छा करना चाहते हैं कंट्री में। दूसरी बात, वो जितने भी लोग इस पार्टी से जुड़े हुए हैं अभी, वो सारे ऐसे लोग हैं जिन्होंने अपनी ज़िंदगी में कुछ सिग्निफिकेंट किया है किसी भी काम के लिए। किसी स्टेट में किसी ने कोई NGO चला के किसी गरीब की सहायता की है, किसी ने कुछ किया है, किसी ने कुछ किया है, राइट। तो मैं ये सोचता हूँ कि ये एक पार्टी नहीं है, एक आंदोलन से निकली हुई पार्टी है, एंड दे वांट्स टू रिफाइन इंडिया इन ए बेटर। क्योंकि इंडिया के पास में जितना सर जी, मैं कहूँगा कि जितने संसाधन हैं वहाँ पे, जितना कुछ है वहाँ पे, वी कैन बिल्ड ए
वो कहते थे ना कि इंडिया एक सोने की चिड़िया है, वो हम सोने की चिड़िया वापस बिल्ड कर सकते हैं। देयर इज ए होप। सो ये जो पार्टी है, ये जो नई पार्टी है, 2014 का जो इलेक्शन है, ये इंडिया के लिए एक होप है। अगर ये इस इलेक्शन में कुछ नहीं होता है जैसे पहले हो रहा था वैसे ही होता है तो इट्स हार्ड टू से। ਪਰ ਜੇ ਅਸੀਂ ਦੇਖੀਏ ਕਿ ਮੈਂ ਜ਼ਿਆਦਾਤਰ ਗੱਲਾਂ ਪੰਜਾਬ ਬਾਰੇ ਕਰੂੰਗਾ ਕਿਉਂਕਿ ਹਾਂਜੀ। ਸਾਡੇ ਜ਼ਿਆਦਾਤਰ ਸਰੋਤਾ ਔਰ ਮੈਂ ਖੁਦ ਪੰਜਾਬ ਤੋਂ ਹੀ ਹਾਂ। ਠੀਕ ਹੈ ਜੀ। ਤੇ ਜੇ ਅਸੀਂ ਦੇਖੀਏ ਕਿ ਜਿਹੜੀ ਹੁਣ ਉੱਥੇ ਪਾਰਟੀ ਹੈ ਉਹਨੇ ਪਿਛਲੇ ਕੁਝ ਸਾਲਾਂ ਦੇ ਵਿੱਚ ਉੱਥੇ 5 ਹੁਣ ਥਰਮਲ ਪਲਾਂਟ ਬਣਾਏ ਨੇ ਤੇ ਉਸ ਤੋਂ ਬਾਅਦ ਸੜਕਾਂ ਦਾ ਕਾਫੀ ਜਿਹੜਾ ਉੱਥੇ ਨਿਰਮਾਣ ਜਿਹੜਾ ਉਹ ਕਾਫੀ ਹੱਦ ਤੱਕ ਵਧਿਆ, ਚਾਹੇ ਟੋਲ ਪਲਾਜ਼ਾ ਵੀ ਲੱਗੇ ਨੇ, ਪਰ ਡਿਵੈਲਪਮੈਂਟ ਦੇਖਣ ਨੂੰ ਮਿਲੀ ਹੈ ਕਈ ਲੋਕਾਂ ਨੂੰ। ਤੇ ਤੁਸੀਂ ਇਸ ਡਿਵੈਲਪਮੈਂਟ ਨੂੰ ਆਪ ਦੇ ਨਾਲ ਕਿਵੇਂ ਜੋੜ ਕੇ ਦੇਖਣਾ ਚਾਹੁੰਦੇ ਹੋ? ਕੀ ਅੱਡ ਹੋਊਗਾ ਆਪ ਜੇ ਆ ਜਾਵੇ ਇੱਥੇ? ਦੇਖੋ ਦਵਿੰਦਰ ਜੀ, ਜਿਹੜੀ ਪੰਜਾਬ ਦੀ ਇਕਨੋਮੀ ਦੀ ਪ੍ਰੋਬਲਮ ਆ ਉਹ ਇਹ ਆ, ਜਿਵੇਂ ਤੁਸੀਂ ਗੱਲ ਕੀਤੀ ਕਿ 5 ਥਰਮਲ ਪਲਾਂਟ ਬਣੇ, ਰੋਡਸ ਦੀ ਵੀ ਥੋੜੀ ਜਿਹੀ ਹਾਲਤ ਨਹੀਂ ਰਹੀ, ਪਰ ਜਿਹੜੀ ਇਕਨੋਮੀ ਆ ਸਾਨੂੰ ਇੱਕ ਆਰਟੀਫੀਸ਼ੀਅਲ ਇਕਨੋਮੀ ਦੇ ਵਿੱਚ ਰੱਖਿਆ ਗਿਆ। ਜ਼ਰੂਰੀ ਨਹੀਂ ਕਿ ਜਿਹੜੀ ਮੌਜੂਦਾ ਸਰਕਾਰ ਆ ਜਾਂ ਉਹ ਤੋਂ ਪਿਛਲੀ ਵਾਲੀ ਸਰਕਾਰ ਸੀ। ਇਕਨੋਮੀ ਦੀ ਜਿਹੜੀ ਬੇਸ ਜਿਹੜੀ ਤੁਸੀਂ ਬਿਲਡ ਕਰਦੇ ਆ ਉਹ ਹੁੰਦੇ ਸਾਡੇ ਜਿਹੜੇ ਮੈਂ ਜੌਬ ਕ੍ਰੀਏਸ਼ਨ, ਲੋਕਾਂ ਦਾ ਰਹਿਣਾ ਸਹਿਣਾ ਕਿੰਨਾ ਕੋਆਪਰੇਟ ਦਾ। ਹੁਣ ਮੈਂ ਜਦੋਂ ਗੱਲ ਕਰਦਾ ਵੀ ਮਿਡਲ ਕਲਾਸ ਦੀ ਆ, ਮਿਡਲ ਕਲਾਸ ਦੇ ਵਿੱਚ ਜਿਹੜਾ ਸਾਡਾ ਰਹਿਣਾ ਸਹਿਣਾ ਉਹ ਸਾਡੀ ਐਸੈਟ ਵੈਲਿਊ ਨੂੰ ਦੇਖ ਕੇ ਨਹੀਂ ਬਣਾਇਆ ਜਾ ਸਕਦਾ। ਲੋਕਾਂ ਨੂੰ ਜ਼ਮੀਨ ਵੇਚ ਕੇ ਆਪਣੀ ਜੇ ਰਹਿਣ ਲਈ ਮਜਬੂਰ ਕੀਤਾ ਜਾਂਦਾ, ਉਹਨੂੰ ਅਸੀਂ ਇਕਨੋਮੀ ਨਹੀਂ ਕਹਿ ਸਕਦੇ। ਉਹਦੇ ਲਈ ਜੌਬ ਕਿੰਨੇ ਕ੍ਰੀਏਟ ਹੋ ਰਹੇ ਨੇ, ਜਿੰਨੀ ਤੁਹਾਡੀ ਪਾਪੂਲੇਸ਼ਨ ਗਰੋਥ ਆ ਉਹਦੇ ਨਾਲ ਜੌਬ ਨੂੰ ਮੈਚ ਕਰੋ। ਜੇ ਤੁਹਾਡੇ ਕਿਸੇ ਜਿਵੇਂ ਪੰਜਾਬ ਆਪ ਥੋੜ੍ਹੇ ਜਿਹੇ ਸਾਲ ਪਹਿਲਾਂ ਜਿਹੜੇ ਰਾਜਾਂ ਦੇ ਵਿੱਚੋਂ ਪਹਿਲੇ ਨੰਬਰ ਦਾ ਰਾਜ ਹੁੰਦਾ ਸੀ, ਉਹਦਾ ਰੀਜ਼ਨ ਇਹ ਸੀ ਕਿ ਸਾਡੇ ਯੂਥ ਸੀਗੇ ਨਾ ਉਹ ਬਿਜ਼ੀ ਸੀ, ਉਹਨਾਂ ਨੂੰ ਜੌਬ ਵੀ ਮਿਲਦੇ ਸੀ, ਕੰਮਕਾਰ ਸੀਗਾ। ਹੁਣ ਅਸੀਂ ਬਹੁਤ ਥੱਲੇ ਨੰਬਰ ਤੇ ਆ ਗਏ ਹਾਂ। ਰੀਜ਼ਨ ਇਹੀ ਆ ਕਿ ਯੂਥ ਦੇ ਲਈ ਜੇ ਐਜੂਕੇਸ਼ਨ ਦੀ ਗੱਲ ਵੀ ਕਰਦੇ ਹਾਂ ਤਾਂ ਐਜੂਕੇਸ਼ਨ ਕਰਕੇ ਕਰਨਗੇ ਵੀ, ਜਦੋਂ ਜੌਬ ਤਾਂ ਹੈ ਨਹੀਂ, ਜੌਬ ਕ੍ਰੀਏਸ਼ਨ ਦੇ ਵਿੱਚੋਂ ਕਾਫੀ ਅਸੀਂ ਪਿੱਛੇ ਹੋ ਗਏ। ਕੋਈ ਇੰਡਸਟਰੀ ਨਹੀਂ ਸੀ। ਲੁਧਿਆਣੇ ਤੋਂ ਹੋਣ ਕਰਕੇ ਮੈਨੂੰ, ਜਿਵੇਂ ਸਾਡੇ ਉੱਥੇ ਇੱਕ ਹੌਜ਼ਰੀ ਇੰਡਸਟਰੀ ਹੁੰਦੀ ਸੀ, ਸਾਈਕਲ ਇੰਡਸਟਰੀ ਹੁੰਦੀ ਸੀ, ਉੱਥੇ ਕੀ ਹੁੰਦਾ ਸੀ ਕਿ ਸਾਨੂੰ ਚਲੋ ਤੁਸੀਂ ਇੰਡਸਟਰੀ ਲਾ ਲਓ, ਅਸੀਂ ਆਮ ਲੋਕਾਂ ਦੇ ਵਿੱਚ ਦੇਖਿਆ ਹੁੰਦਾ ਸੀ ਉਹਨਾਂ ਨੇ ਮਸ਼ੀਨਾਂ ਘਰੇ ਲਾ ਲਈਆਂ, ਜੌਬ ਕ੍ਰੀਏਟ ਹੁੰਦਾ ਸੀ। ਸਾਰੀ ਇੰਡਸਟਰੀ ਮੂਵ ਹੋ ਗਈ, ਹੌਜ਼ਰੀ ਵੀ ਮੂਵ ਹੋ ਗਈ, ਸਾਈਕਲ ਇੰਡਸਟਰੀ ਵੀ ਮੂਵ ਹੋ ਗਈ, ਕਿਉਂਕਿ ਉੱਥੇ ਲੇਬਰ ਦੀ ਜਿਹੜੀ ਡਿਮਾਂਡ ਸੀ ਨਾ ਉਹ ਜਿੱਥੋਂ ਜਿਹੜੇ ਸਟੇਟਸ 'ਚੋਂ ਆਉਂਦੀਆਂ ਸੀ ਇੰਡਸਟਰੀ ਉੱਥੇ ਮੂਵ ਹੋ ਗਈਆਂ। ਇਹ ਸਰਕਾਰਾਂ ਨੇ ਕੀ ਕੀਤਾ, ਉਹਦੇ 'ਚ ਟੈਕਸ ਵਧਾਤੇ, ਜਿਹੜੀ ਆਰਟੀਫੀਸ਼ੀਅਲ ਇਕਨੋਮੀ ਕ੍ਰੀਏਟ ਹੋ ਗਈ ਉਹਦੇ 'ਚ ਆਮ ਆਦਮੀ ਨੂੰ ਪਤਾ ਹੀ ਨਹੀਂ ਲੱਗਿਆ ਕਿ ਸਾਡੇ ਤੇ ਗੁਜ਼ਰ ਕੀ ਰਿਹਾ। ਆਮ ਜੇ ਜ਼ਿਮੀਂਦਾਰਾਂ ਤੋਂ ਅੱਜ ਪੁੱਛੀਏ ਤਾਂ ਕਹਿੰਦੇ ਨੇ ਸਾਡੀ ਜ਼ਮੀਨ ਦਾ ਮੁੱਲ ਬਹੁਤ ਵੱਧ ਗਿਆ। ਹੁਣ ਜੇ ਜ਼ਮੀਨ ਅਸੀਂ ਵੇਚਾਂਗੇ ਮੁੱਲ ਤਾਂ ਹੀ ਮਿਲੂਗਾ ਜੇ ਜ਼ਮੀਨ ਦੀ ਇਨਕਮ ਨਾਲ ਅਸੀਂ ਰੋਟੀ ਚਲਾ ਸਕਦੇ ਹਾਂ ਜਾਂ ਜਿਹੜੀ ਸਾਡਾ ਰਹਿਣ ਸਹਿਣ 'ਤੇ ਅਸਰ ਕਰਦਾ। ਅਸਲੀ ਇਕਨੋਮੀ ਉਹ ਆ। ਜ਼ਮੀਨਾਂ ਦੇ ਮੁੱਲ ਤਾਂ ਉਹ ਤਾਂ ਇੱਕ ਇੰਡਸਟਰੀਅਲ ਰੈਵੋਲੂਸ਼ਨ ਆ ਜਾਵੇ ਉਹ 'ਚ ਵੀ ਵੱਧ ਜਾਂਦੇ ਨੇ। ਪਰ ਹਾਂ, ਜਿਹੜੀ ਦੂਜੀ ਗੱਲ ਪ੍ਰੋਬਲਮ ਆਈ ਹੈ, ਜਿਹੜੀ ਮੌਜੂਦਾ ਸਰਕਾਰ ਦੀ ਗੱਲ ਕਰੀਏ, ਉਹ ਕਰਪਸ਼ਨ ਦੇ ਨਾਂ ਤੋਂ ਕੋਈ ਵੀ ਸਰਕਾਰ ਜਿਹੜੀ ਚਾਹੇ ਕੋਈ ਅਕਾਲੀ ਹੋਵੇ ਚਾਹੇ ਕਾਂਗਰਸ ਹੋਵੇ ਇਹ ਛੁਪ ਨਹੀਂ ਸਕਦੀ। ਆਮ ਬੰਦੇ ਨੇ ਜਿਹੜੀ ਕਰਪਸ਼ਨ ਆ ਉਹਨੂੰ ਇੱਕ ਆਮ ਜ਼ਿੰਦਗੀ ਦਾ ਪਾਰਟ ਬਣਾ ਲਿਆ। ਜਾਣੀ ਉਹਨੂੰ ਕਰਪਸ਼ਨ ਦੇ ਵਿੱਚ ਉਹਨੂੰ ਇਹ ਆ ਵੀ ਮੇਰੇ ਤੋਂ ਨਾ ਤਾਂ ਕਰਪਸ਼ਨ ਇਹ ਜ਼ਰੂਰੀ ਮੈਂ ਪੈਸੇ ਦੇਣੇ ਨੇ ਜਾਂ ਲੈਣੇ ਨੇ, ਉਹਨੇ ਇੱਕ ਜ਼ਿੰਦਗੀ ਦਾ ਪਾਰਟ ਬਣਾ ਲਿਆ, ਜਿਹੜਾ ਕਿ ਇੱਕ ਬੜੀ ਡੇਂਜਰਸ ਗੱਲ ਆ, क्योंकि ਉਹਦੇ ਵਿੱਚ ਜਿਹੜੇ ਕਰਪਸ਼ਨ ਆ ਉਹਦੀ ਜਿਹੜੀ ਰੀਅਲ ਵੈਲਿਊ ਆ ਉਹ ਕਦੇ ਵੀ ਉਸ ਨੂੰ नहीं मिलती। इस बात में मैं एक बात ऐड करना चाहूँगा तो साहब, एक गलत परसेप्शन बनी हुई है कि जो सरकार है वो डेवलपमेंट करती है। अगर आप इकोनॉमिक्स के जो टॉप मोस्ट बंदे हैं उनसे पूछे, कोई सरकार कभी भी डेवलपमेंट नहीं करती। डेवलपमेंट करता है वहाँ का नागरिक, वहाँ का बंदा। अगर बंदे खाली बैठे हैं उनके पास करने के लिए काम ही, डेवलपमेंट कहाँ से होगा? सरकारें एक स्ट्रक्चर देती हैं, एक स्ट्रक्चर वो देती हैं, लेकिन काम करता है आदमी। जब उनके बीच में तालमेल नहीं होगा तो डेवलपमेंट हो ही नहीं सकता। जैसे इन्होंने कहा कि ये आर्टिफिशियल जो इकोनॉमी है ये बिल्कुल आर्टिफिशियल है। आप जाके देखो गाँव में क्या हालात है। एक बात ਜਿਵੇਂ ਮੈਂ ਵੀ ਹੋਰ ਐਡ ਕਰਨੀ ਚਾਹੁੰਦਾ ਕਿ ਜਦੋਂ ਅਸੀਂ ਥੋੜ੍ਹੇ ਜਿਹੇ ਸਾਲ ਪਹਿਲਾਂ ਦੇਖਦੇ ਹੁੰਦੇ ਸੀ, ਅਸੀਂ ਸੋਚਦੇ ਹੁੰਦੇ ਸੀ ਬਜਟ ਆਇਆ ਬਜਟ ਦੀ ਸਾਨੂੰ ਕੋਈ ਐਕਚੁਅਲੀ ਇਨਸਾਈਡ ਆਊਟਸਾਈਡ ਨਹੀਂ ਸੀ ਪਤਾ ਹੁੰਦੇ ਜਾਂ ਧਿਆਨ ਨਹੀਂ ਸੀ ਦਿੰਦੇ। ਪਰ ਜਦੋਂ ਇੱਥੇ ਦੇ ਕੰਟਰੀ ਦੇ ਵਿੱਚ ਆ ਕੇ ਸਾਨੂੰ ਬਜਟ ਦੇ ਵਿੱਚ ਆਇਆ, ਪਤਾ ਲੱਗਿਆ ਕਿ ਬੇਸਿਕਲੀ ਗੌਰਮੈਂਟਸ ਜਿਹੜੇ ਡੈਫਿਸਿਟ ਦੇ ਵਿੱਚ ਕਿਉਂ ਜਾਂਦੀਆਂ ਨੇ, ਜੇ ਸਰਪਲਸ ਆਉਂਦਾ ਕਿਉਂ ਜਾਂਦਾ। ਜਦੋਂ ਡੈਫਿਸਿਟ ਤੇ ਸਰਪਲਸ ਦੀ ਸਾਨੂੰ ਡੈਫੀਨੇਸ਼ਨ ਨਹੀਂ ਪਤਾ ਲੱਗੂ ਕਿ ਸਾਡੀ ਗੌਰਮੈਂਟ ਕਿੱਥੇ ਚੱਲ ਰਹੀ ਆ, ਤਾਂ ਸਾਨੂੰ ਬਜਟ ਦੇ ਬਾਰੇ ਕਿੰਤੂ ਪਰੰਤੂ ਨਹੀਂ ਕਰਨੇ ਚਾਹੀਦੇ। ਪਰ ਹੁਣ ਦੇਖਿਆ ਜਾਵੇ ਵੀ ਪੰਜਾਬ ਦੇ ਕਰਜ਼ੇ ਦੀ ਗੱਲ ਕਰਦੇ ਕਿ ਪੰਜਾਬ ਆਪਦੀ ਇਨਕਮ ਦੇ ਨਾਲ ਇਹ ਕਰਜ਼ਾ ਕਦੇ ਖਤਮ ਕਰ ਸਕਦਾ? ਉਹਦਾ ਆਨਸਰ ਹੈਗਾ ਕਿ ਬਿਲਕੁਲ ਨਹੀਂ। ਕਿਉਂਕਿ ਜੇ ਅਸੀਂ ਵੈਟ ਦੀ ਗੱਲ ਕਰੀਏ, ਜਿੰਨਾ ਵੈਟ ਪੰਜਾਬ ਦੇ ਵਿੱਚ ਆਈ ਥਿੰਕ ਇਜ਼ ਨੰਬਰ 1 ਇਨ ਇੰਡੀਆ ਦੇ ਵਿੱਚ, ਵੈਟ ਦੇ ਵਿੱਚ ਉਹ ਲਾ ਰਹੇ ਨੇ। ਉਦੋਂ ਬਾਅਦ ਜਿਹੜਾ ਰੈਵਨਿਊ ਰਿਸੋਰਸਿਸ ਕੀ ਰਹਿ ਜਾਂਦਾ, ਜਿਹੜਾ ਸ਼ਰਾਬ ਦਾ ਰਿਸੋਰਸਿਸ ਆ ਉਹਦੇ ਵਿੱਚ ਸ਼ਰਾਬ ਦੇ ਵਿੱਚੋਂ ਰੈਵਨਿਊ ਆ। ਇਹ ਨਹੀਂ ਮੈਂ ਕਹਿੰਦਾ ਵੀ ਸ਼ਰਾਬ ਦੇ ਠੇਕੇ ਜਿਵੇਂ ਉਹਨਾਂ ਨੇ ਕੀਤੇ ਨੇ, ਜਿਵੇਂ ਮੈਨੂੰ ਇੰਡਸਟਰੀ ਦੇ ਵਿੱਚ ਹੋਣ ਦਾ
ਥੋੜਾ ਜਿਹਾ ਇਨਸਾਈਡ ਆਊਟ ਪਤਾ, ਜਿਹੜੀ ਉਹ ਉੱਥੇ ਐਕਸ਼ਨ ਹੁੰਦੀ ਹੈ ਇਟਸ ਅ ਫੇਟ ਐਕਸ਼ਨ। ਜਦੋਂ ਅਲਬਰਟਾ ਵਾਲੀ ਗਵਰਨਮੈਂਟ ਨੂੰ ਆਪਣਾ ਜਿਹੜਾ ਰੈਵਨਿਊ ਆ, ਹਾਲਾਂਕਿ ਅਸੀਂ ਆਇਲ ਰਿਚ ਇੱਥੇ ਪ੍ਰੋਵਿੰਸ ਦੇ ਵਿੱਚ ਰਹਿੰਦੇ ਆ, ਸਾਡਾ ਜਿਹੜਾ ਇੱਥੋਂ ਦਾ ਅਲਕੋਹਲ ਦਾ ਰੈਵਨਿਊ ਹੈ ਇਟਸ ਨੰਬਰ 2। ਕਦੇ ਕਦੇ ਰਾਇਲਟੀਆਂ ਤੋਂ ਆਇਲ ਰਾਇਲਟੀਆਂ ਤੋਂ ਵੀ ਵੱਧ ਜਾਂਦਾ ਫਾਰ ਬੀਇੰਗ ਗਵਰਨਮੈਂਟ ਇਨ ਨਾਟ ਇਨ ਦਾ ਬਿਜ਼ਨਸ। ਉੱਥੇ ਜਿਹੜਾ ਰੈਵਨਿਊ ਆ ਉਹ ਜ਼ਿਆਦਾ ਵੀ ਹੋ ਸਕਦਾ, ਪਰ ਜਿਹੜਾ ਟੋਟਲ ਆ ਉਹਦਾ ਬਹੁਤ ਘੱਟ ਰਹਿ ਜਾਂਦਾ। ਦਿਸ ਇਜ਼ ਬਿਕੋਜ਼ ਆਫ ਕਰਪਸ਼ਨ। ਤੇ ਦੂਜੀ ਗੱਲ ਹੈ ਜਿਹੜਾ ਡੈਫਿਸਿਟ ਆ, ਉਹ ਜਿਹੜੀ ਪੰਜਾਬ ਦੀ ਇਨਕਮ, ਜਿਹੜੇ ਵੈਟ ਜਾਂ ਜਿੰਨੇ ਵੀ ਇਨਕਮ ਆ, ਕਦੇ ਵੀ ਉਹ ਉਸ ਨੂੰ ਡੈਫਿਸਿਟ ਨੂੰ ਪੇ ਨਹੀਂ ਕਰ ਸਕਦੇ। ਕਿਉਂਕਿ ਜਿਹੜੀਆਂ ਸਬਸਿਡੀ ਦੇ ਰਹੇ ਨੇ ਪਿੰਡਾਂ ਦੇ ਵਿੱਚ, ਜਿਹੜੀ ਬਿਜਲੀ ਦੀ, ਹੁਣ ਤੁਸੀਂ ਕਿਹਾ 5 ਥਰਮਲ ਪਲਾਂਟ ਲਾਏ, ਅੱਜ ਤੋਂ 10-15 ਸਾਲ ਪਹਿਲਾਂ ਨਾ ਉੱਥੇ ਇੱਕ ਪੰਜਾਬ ਸਟੇਟ ਟਿਊਬਲ ਕਾਰਪੋਰੇਸ਼ਨ ਆਈ ਸੀ। ਉਹਨਾਂ ਨੇ ਇੱਕ ਵਰਲਡ ਬੈਂਕ ਤੋਂ ਲੋਨ ਲਿਆ ਪੰਜਾਬ ਤੋਂ ਲੋਨ ਲੈ ਕੇ ਨਾ ਪੰਜਾਬ ਨੇ ਲੋਨ ਲਿਆ। ਉਹ ਲੋਨ ਦੇ ਵਿੱਚ ਉਹਨਾਂ ਨੇ ਨਾ ਖਾਲੇ ਬਣਾਉਣੇ ਸੀ, ਪੱਕੇ ਕਰਨੇ ਸੀ, ਜਿਹੜੇ ਪਿੰਡਾਂ 'ਚ ਖਾਲੇ ਸੀਗੇ। ਉਹ ਜਦੋਂ ਖਾਲੇ ਪੱਕੇ ਕਰਤੇ ਤਾਂ ਉਹ ਲੋਨ ਸੀਗਾ ਹਜ਼ਾਰਾਂ ਕਰੋੜਾਂ ਦਾ ਹੀ। ਜਦੋਂ ਮੌਜੂਦਾ ਸਰਕਾਰ ਆਈ, ਉਹ ਕਹਿੰਦੇ ਜਿਹੜੇ ਅਸੀਂ ਖਾਲੇ ਪੱਕੇ ਕਰ ਰਹੇ ਹਾਂ ਨਾ, ਇਹਨਾਂ ਦਾ ਅਸੀਂ ਕੋਈ ਰੈਵਨਿਊ ਨਹੀਂ ਲੈਣਾ, ਕਿਉਂਕਿ ਸਾਡੇ ਫਾਰਮਰ ਅਫੋਰਡ ਨਹੀਂ ਕਰਦੇ। ਉਹ ਵੋਟ ਬੈਂਕ ਬਣਾਉਣਾ ਚਾਹੁੰਦੇ ਸੀ। ਹੁਣ ਜਿਹੜੀ ਚੀਜ਼ ਦਾ ਤੁਸੀਂ ਇੰਨਾ ਲੋਨ ਲਿਆ ਹੋਇਆ, ਜਿਹੜੇ ਇਨਫਰਾਸਟ੍ਰਕਚਰ ਨੂੰ ਬਿਲਡ ਕਰਨ ਲਈ ਲੋਨ ਲਿਆ ਹੋਇਆ, ਉਹਨੂੰ ਤੁਸੀਂ ਪੇ ਕਰਨ ਲਈ ਤੁਹਾਡੇ ਕੋਲ ਪੈਸੇ ਨਹੀਂ ਹੈਗੇ, ਉਹਦੀ ਇੰਸਟਾਲਮੈਂਟ ਭਰਨ ਲਈ ਤੁਹਾਨੂੰ ਫੇਰ ਕਰਜ਼ਾ ਲੈਣਾ ਪੈਂਦਾ। ਕਿਸ ਇਕੋਨਮੀ ਦੀ ਅਸੀਂ ਗੱਲ ਕਰ ਰਹੇ ਹਾਂ? ਇਹ ਇਕੋਨਮੀ ਜਿਹੜੀ ਆ, ਜਿਹੜਾ ਇੰਨਾ ਕਰਜ਼ਾ ਬਣ ਜਾਣਾ, ਜਿਵੇਂ ਜਿਹੜੀ ਦੂਜੀ ਲੈਂਡ ਆ ਸਾਡੀ, ਉਹ ਡਿਵਾਈਡ ਹੋ ਜਾ ਰਹੀ ਹੈ। ਪਹਿਲਾਂ ਹੁੰਦਾ ਸੀ ਆਮ ਜ਼ਿਮੀਂਦਾਰ ਕੋਲੇ 10-20 ਕਿੱਲੇ ਦੀ ਜ਼ਮੀਨ ਹੁੰਦੀ ਸੀ, ਤੇ ਉਹਦੇ 'ਚ ਜਿਵੇਂ ਸਾਰੇ ਮਸ਼ੀਨਰੀ ਵੀ ਅਫੋਰਡ ਕਰਨੀ, ਉਹ ਕਰਨੀ। ਉਹ ਡਿਵਾਈਡ ਹੋਣ ਦੇ ਨਾਲ ਲੈਂਡ ਘੱਟ ਗਈ, ਵੈਲਿਊ ਘੱਟ ਗਈ। ਹੁਣ ਐਸੈਟ ਸੀ, ਜੇ ਹੁਣ ਅਸੀਂ ਕਹੀਏ ਵੀ 2 ਕਿੱਲੇ ਵੇਚ ਕੇ ਮੈਂ 2 ਗੁਜ਼ਾਰਾ ਕਰਨਾ, ਦਿਸ ਇਜ਼ ਨਾਟ ਦਾ ਰਾਈਟ ਇਕੋਨਮੀ। ਤੇ ਇਸ ਤੋਂ ਬਾਅਦ ਜੇ ਆਪਾਂ ਗੱਲ ਕਰੀਏ ਕਿ ਡੀਜੀਪੀ ਸ਼ਸ਼ੀਕਾਂਤ ਜੀ ਦਾ ਇੱਕ ਬਿਆਨ ਆਇਆ ਸੀਗਾ ਕਿ ਸਰਕਾਰਾਂ ਦਾ ਔਰ ਨਸ਼ਿਆਂ ਦਾ ਕਾਫੀ ਡੂੰਘਾ ਤਾਲਮੇਲ ਜਿਹੜਾ ਦੱਸਿਆ ਉਹਨਾਂ ਨੇ। ਤੇ ਇਹਨੂੰ ਇੱਕ ਹੋਰ ਗੱਲ ਜਿਹੜੀ ਪੰਜਾਬ ਦੇ ਵਿੱਚ ਹੋਈ ਹੈ, ਇਸ ਇਲੈਕਸ਼ਨ ਤੋਂ ਪਹਿਲਾਂ 6 ਲੱਖ ਲੀਟਰ ਦੇ ਨੇੜੇ ਤੇੜੇ ਸ਼ਰਾਬ ਫੜੀ ਗਈ। ਤੇ ਇਹ ਚੀਜ਼ਾਂ ਨੂੰ ਤੁਸੀਂ ਕਿਵੇਂ ਜੋੜ ਕੇ ਦੇਖਦੇ ਹੋ ਕਿ ਇਹ ਵੋਟਾਂ ਕਰਕੇ ਹੀ ਫੜੀ ਗਈ ਹੈ, ਇਹ ਕੋਈ ਆਮ ਇਨਸੀਡੈਂਟ ਹੈ ਕਿ 6 ਲੱਖ ਲੀਟਰ ਜਿਹੜੀ ਸ਼ਰਾਬ ਹੈ? ਜਿਹੜੀ ਸ਼ਰਾਬ ਖਾਸ ਕਰਕੇ ਪੰਜਾਬ ਦੇ ਵਿੱਚ ਆ, ਇਹ ਵੋਟਾਂ ਦੇ ਵੇਲੇ ਇਟ ਪਲੇਸ ਅ ਮੇਜਰ ਰੋਲ। ਜਿਹੜੀਆਂ ਆਮ ਪਾਰਟੀਆਂ ਹੁੰਦੀਆਂ ਨੇ, ਜਿਹੜੇ ਲੋਕਾਂ ਦੇ ਹਾਲਾਂਕਿ ਉੱਥੇ ਪ੍ਰੀਕਾਸ਼ਨ ਬੜੇ ਲਾਏ ਜਾਂਦੇ ਨੇ ਵੀ ਠੇਕੇ ਉਦੋਂ ਬੰਦ ਰਹਿਣਗੇ, ਜੇ ਡਰਾਮੇਬਾਜ਼ੀ ਬਹੁਤ ਹੁੰਦੀ ਆ, ਪਰ ਜਿਹੜੀ ਸ਼ਰਾਬ ਆ ਉਹ ਇੱਕ ਜਿਵੇਂ ਪਹਿਲਾਂ ਤਾਂ ਹੁੰਦਾ ਸੀ ਵੀ ਸ਼ਰਾਬ ਹੀ ਇਕੱਲੀ ਆ, ਹੁਣ ਬ੍ਰਾਂਡ ਆਫ ਸ਼ਰਾਬ, ਜਿਹੜੀਆਂ ਪਾਰਟੀਆਂ ਦੇ ਇਹਨਾਂ ਦੇ ਹੱਕ ਹੁੰਦੇ ਨੇ ਨਾ, ਉਹ ਠੇਕੇ ਖਤਮ ਕਰ ਦਿੰਦੇ ਗੋਦਾਮਾਂ ਦੇ ਵਿੱਚ। ਨਕਲੀ ਸ਼ਰਾਬ ਵੀ ਹੁੰਦੀ ਆ, ਉਹਦੇ 'ਚ ਇਹ ਹੁੰਦਾ ਵੀ ਟਰੱਕਾਂ ਦੇ ਟਰੱਕ ਪਿੰਡਾਂ 'ਚ ਭੇਜੇ ਜਾਂਦੇ। ਇਹ ਇੱਕ ਤਰ੍ਹਾਂ ਦਾ ਵੋਟਾਂ ਤੋਂ 2-3 ਦਿਨ ਪਹਿਲਾਂ ਇਹ ਇੱਕ ਵੋਟਾਂ ਨੂੰ ਹਥਿਆਉਣ ਦਾ ਵੱਡੀਆਂ ਪਾਰਟੀਆਂ ਵੱਲੋਂ ਇੱਕ ਤਰ੍ਹਾਂ ਦਾ ਤਰੀਕਾ ਵਰਤਿਆ ਜਾਂਦਾ। ਹੁਣ ਜਿਹੜੀ ਫੜੀ ਜਾ ਰਹੀ ਆ, ਜਿਹੜੀ ਦੇਖੋ ਇਹ ਸਾਰਾ ਕੁਝ ਪੰਜਾਬ ਦੇ ਵਿੱਚ ਮਾੜਾ ਨਹੀਂ ਹੋ ਰਿਹਾ। ਦੇਖੋ ਜਿਹੜਾ ਡਿਪਾਰਟਮੈਂਟ ਆ ਇਲੈਕਸ਼ਨ ਕਮਿਸ਼ਨ ਉਹਨਾਂ ਪੰਜਾਬ ਦਾ, ਦੇ ਆਰ ਪਲੇਇੰਗ ਅ ਵੈਰੀ ਗੁੱਡ ਰੋਲ। ਉਹ ਆ, ਉਹਨਾਂ ਨੇ ਇਕੱਲੀ ਸ਼ਰਾਬ ਨਹੀਂ, ਪੈਸਾ ਬਹੁਤ ਫੜਿਆ। ਮੇਰਾ 200-300 ਕਰੋੜ ਰੁਪਈਆ ਪੰਜਾਬ 'ਚੋਂ ਫੜਿਆ ਜਾ ਚੁੱਕਿਆ ਕੈਸ਼, ਉਹ ਵੀ ਲੋਕਾਂ ਨੂੰ ਡਿਸਟਰੀਬਿਊਟ ਹੋਣਾ ਸੀ। ਉਸ ਤੋਂ ਬਾਅਦ ਜਿਹੜਾ ਇਹ ਆਮ ਜਿਹੜਾ ਵੋਟਰ ਬੈਂਕ ਆ, ਉਹਨਾਂ ਦੇ ਝੌਂਪੜ ਪੱਟੀਆਂ ਵਿੱਚ ਰਹਿਣ ਵਾਲੇ ਲੋਕਾਂ ਨੂੰ ਇਹ ਨਹੀਂ ਪਤਾ ਵੀ ਉਹਨਾਂ ਦੀਆਂ ਵੋਟਾਂ ਬਣੀਆਂ ਹੋਈਆਂ ਨੇ, ਉਹਨਾਂ ਦੇ ਰਾਸ਼ਨ ਕਾਰਡ ਬਣੇ ਹੋਏ ਨੇ, ਸਭ ਪਾਰਟੀਆਂ ਨੇ ਬਣਾਏ ਹੋਏ ਨੇ, ਸ਼ਰਾਬੀ ਕਰਕੇ ਉਦੋਂ ਤੋਂ ਵੋਟਾਂ ਪਾਉਣੀਆਂ ਨੇ। ਤੁਸੀਂ ਗੌਤਮ ਜੀ, ਜੇ ਤੁਸੀਂ ਖੁਦ ਵੈਸੇ ਰਾਜਸਥਾਨ ਤੋਂ ਬਿਲੋਂਗ ਕਰਦੇ ਹੋ, ਹਾਂਜੀ, ਉੱਥੇ ਕੀ ਮਾਹੌਲ ਹੁੰਦਾ ਸੀਗਾ ਕਿ ਇਹੋ ਜਿਹੀ ਕੁਛ ਜਿਵੇਂ ਸ਼ਰਾਬਾਂ ਦਾ ਦੌਰ ਚੱਲਣਾ ਜਾਂ ਨਸ਼ਿਆਂ ਦਾ ਇਦਾਂ ਹੀ प्रसार होना? टू बी ऑनेस्ट देवेंद्र जी, क्योंकि जब से मेरे को समझ आई है तब से पॉलिटिक्स की, तब से मुझे लगता नहीं था कि ये एक मतलब राइट जगह है। मैंने कभी वोट ही नहीं दिया। गांव में अगर मैं माहौल की बात करूं तो जैसा कि इन्होंने कहा, हमारे यहाँ पे इतना बुरा माहौल नहीं है लाइक कि बहुत ज़्यादा खुला कुछ होता हो, लेकिन डेफिनेटली वो लोग क्या करते हैं लाइक उनके पास में उनको पता होता है कि ये बंदा है, इसके पास में 10 वोट हैं, वो उसकी कीमत लगाते हैं, वो उसको खरीदते हैं, वो उसे पैसा देते हैं, उसे शराब देते हैं, उसे कुछ और भी देते हैं, राइट। और वो शराब के नशे में एक आदमी डूब के अगर वोट दे के अपनी सरकार चुनता है कि वो सरकार उसको 5 साल चलाएगी और उसको डेवलपमेंट देगी, तो दैट इज वही भूल है इंडिया की एक्चुअली ऐसी हालत होने की। देखो, हम नेताओं को और पॉलिटिशियंस को हम दोष तो देते हैं, लेकिन अगर अब हम खुद उसको एक मिनट सोच के देखें कि वो हाल किसने किया। वो जो डेमोक्रेसी है वो तो हर एक आदमी के हाथ में है, जनता के हाथ में है, क्योंकि जनता वहाँ की एजुकेटेड नहीं है, वो उसका मतलब नहीं समझते कि इस वोट का कितना पावर है, इसका मतलब क्या है। इसीलिए ये लोग उनको बहला फुसला के, उनको छोटा मोटा कुछ दे के 5 साल में एक बार शराब पिला के, 2 बार शराब पिला के उनसे वोट ले लेते हैं एंड देन बाय बाय फॉर 5 ईयर्स। दूसरी बात, वो जाके क्या करते हैं क्या नहीं करते उनको मालूम ही नहीं है। दूसरी बात, सबसे बड़ा रोल उसमें क्या है कि देखो, जैसे महात्मा गांधी ने कहा था कि
हिंदुस्तान की 80% जो आबादी है वो गाँव में बसती है। गांव के लोग बहुत सच्चे होते हैं, भोले होते हैं, उनको नहीं पता कि इकोनॉमी क्या है, डेवलपमेंट क्या है, ये जो बड़े बड़े नेता आते हैं ये कौन है, इनका बैकग्राउंड क्या है, ये कैसे लोग हैं, ये कहाँ जाते हैं, क्या करते हैं, उनको नहीं मालूम। उनको प्रोजेक्ट किया हुआ है कि नेताजी आ गए यही सब कुछ है, वो वाइट पोशाक में आ गए, उनके पास में 8-10 गार्ड हैं, अच्छी अच्छी गाड़ियाँ हैं, तो वो समझते हैं कि इनके यही है सब कुछ। एक परसेप्शन लोगों का ऐसा बना हुआ है, तो इसीलिए वहाँ पे भी बिल्कुल ऐसा होता है, लोगों को जो वोट है वो खरीदते हैं। ਔਰ ਇੱਕ ਕੁਐਸਚਨ ਹੋਰ ਆ ਕਿ ਜਿਹੜੇ ਪਛੜੇ ਹੋਏ ਸਟੇਟ ਹੈਗੇ ਆ, ਜੇ ਅਸੀਂ ਐਮਪੀ ਦੀ ਗੱਲ ਕਰ ਲਈਏ, ਯੂਪੀ ਦੀ ਗੱਲ ਕਰ ਲਈਏ, ਬਿਹਾਰ ਦੀ ਗੱਲ ਕਰ ਲਈਏ ਜੀ, ਜਾਂ ਰਾਜਸਥਾਨ 'ਚ ਵੀ ਮੈਨੂੰ ਪਤਾ ਨਹੀਂ, ਮੈਂ ਉਹ ਵੀ ਤੁਹਾਡੇ ਤੋਂ ਪੁੱਛਣਾ ਚਾਹ ਰਿਹਾ ਕਿ ਇੱਥੇ ਕਾਫੀ ਜਿਹੜੇ ਪਛੜੇ ਹੋਏ ਆ ਇਲਾਕੇ ਹੈਗੇ ਆ, ਇੱਥੇ ਤੇ ਜਿੱਦਾਂ ਹਰਿਆਣਾ ਵਿੱਚ ਖਾਪ ਪੰਚਾਇਤਾਂ ਆ, ਇੱਥੇ ਕਾਫੀ ਪਿੰਡ ਇਕੱਠੇ ਹੋ ਕੇ ਅਨਾਉਂਸ ਕਰ ਦਿੰਦੇ ਕਿ ਅਸੀਂ ਸਹੁੰ ਚੁਕਾ ਦਿੰਦੇ ਆ ਕਿ ਅਸੀਂ ਇੱਕ ਪਾਰਟੀ ਨੂੰ ਵੋਟ ਪਾਉਣੀ ਆ। ਰਾਜਸਥਾਨ ਦੇ ਵਿੱਚ ਵੀ ਇਦਾਂ ਦਾ ਕੁਝ ਹੁੰਦਾ? राजस्थान में ऐसा तो नहीं होता, लेकिन राजस्थान में भी कुछ जगह हैं, जैसे बाड़मेर हो गया, जैसलमेर हो गया, उधर सिरोही, पाली, उधर झालावाड़ और 1-2 स्टेट और है जहाँ पे काफ़ी लोग पिछड़े हुए हैं। वहाँ पे अगर मेरी बहन काम करती है जी बाड़मेर के एक गांव में, सी एज ए टीचर, राइट, तो वो बोलती है कि गांव में सड़क नहीं है, गांव में अभी भी लाइट नहीं है, पानी जो है वो कुएं से खींच के निकालते हैं। तो हम बात करते हैं 21st सेंचुरी की, हम बात करते हैं मिसाइल और कंप्यूटराइज्ड वर्ल्ड की, हमारे नेता बात करते हैं इन सब चीज़ों की। अगर हम देखें तो आज़ादी के 60 साल बाद में भी अगर हमारे गाँव के अंदर बच्चों के लिए एजुकेशन नहीं है, वहाँ पे सड़कें नहीं है, वहाँ पे पानी नहीं है, जो बेसिक जो सुविधाएं हैं वो लोगों तक आज तक नहीं पहुँची हैं, तो दिस इज व्हाट वी आर लेकिंग। ਤੁਸੀਂ ਦਵਿੰਦਰ ਜੀ ਕੁਝ ਕਹਿਣਾ ਚਾਹੋਗੇ ਇਸ ਬਾਰੇ? ਇਹ ਦੇਖੋ ਜਿਹੜੀ ਭਾਈ ਸਾਹਿਬ ਨੇ ਗੱਲ ਕੀਤੀ ਸੀ ਕਿ ਵੀ ਜਿਹੜੀਆਂ ਜਿਵੇਂ ਖਾਪ ਪੰਚਾਇਤਾਂ ਨੇ ਜਾਂ ਉਹ ਕੋਈ ਇਹੋ ਜਿਹੇ ਗਰੁੱਪ ਬਣੇ ਹੋਏ ਨੇ, ਸੰਗਠਨ ਜਿਹੜੇ ਸਹੁੰ ਪਵਾ ਦਿੰਦੇ ਨੇ, ਤੇ ਉਹਨਾਂ ਦੀ ਜਿਹੜੀ ਪਕੜ ਆ ਉਹਨਾਂ ਤੇ ਲੋਕਾਂ ਤੇ ਇੰਨੀ ਕਾ ਵੀ ਉਹਨਾਂ ਨੂੰ ਰੱਬ ਸਮਝ ਕੇ ਕਹਿੰਦੇ ਨੇ, ਵੀ ਰੱਬ ਸਮਝ ਕੇ ਜਿਹੜਾ ਕੁਛ ਇਹਨਾਂ ਨੇ ਕਹਿਤਾ ਵੀ ਸਾਡਾ ਆਰਡਰ ਹੀ ਆ ਇਹ, ਤੇ ਅਸੀਂ ਮੰਨਦੇ ਹਾਂ। ਉਹ ਤਾਂ ਜੇ ਅਸੀਂ ਥੋੜ੍ਹਾ ਜਿਹਾ ਆਪਾਂ ਜੇ ਹੁਣ ਪੰਜਾਬ ਵੱਲ ਨੂੰ ਆ ਜਾਈਏ, ਸਾਨੂੰ ਜੇ ਕਿਹਾ ਜਾਵੇ ਜੀ ਤੁਸੀਂ ਕਿਸੇ ਨਾਲ ਵੋਟ ਨੂੰ ਪਾਉਣੀ ਆ, ਕਈ ਪਿੰਡਾਂ ਦੇ ਵਿੱਚ ਅਸੀਂ ਕਹਿੰਦੇ ਸਾਡੀ ਤਾਂ ਜੀ ਪੰਥਕ ਸਰਕਾਰ ਆ, ਅਸੀਂ ਪੰਥਕ ਸਰਕਾਰ ਨੂੰ ਪਾਉਣੀ ਆ। ਦੂਜਿਆਂ ਨੂੰ ਪੁੱਛੀਏ ਜੀ ਅਸੀਂ ਉਹ ਗੱਲ ਪਾਉਣੀ ਆ। ਇਹ ਜਿਹੜੇ ਲੋਕਾਂ ਨੂੰ ਭਰਮਾਉਣ ਦੇ ਧਰਮ ਦੇ ਬੇਸ ਤੇ, ਜਾਤ ਪਾਤ ਦੇ ਤੇ ਜਿਹੜੇ ਇਕਨੋਮਿਕ ਸਟੇਜ ਤੇ ਜਿਹੜੀ ਹੁੰਦੀ ਆ, ਉਹਨਾਂ ਨੇ ਜਿਹੜੇ ਪੋਲੀਟੀਸ਼ੀਅਨਸ ਇਹਨਾਂ ਨੂੰ ਡਿਵਾਈਡ ਕੀਤਾ ਹੋਇਆ। ਜਿਹੜੇ ਜੇ ਤੁਸੀਂ ਕਿਸੇ ਡੇਰੇ 'ਚ ਚਲੇ ਗਏ ਹੋ, ਡੇਰੇ ਤੋਂ ਆਸ਼ੀਰਵਾਦ ਲੈ ਕੇ ਬਾਬੇ ਨੇ ਕਹਿਤਾ ਵੀ ਤੁਸੀਂ ਉਹ ਵੋਟਾਂ ਪਾਉਣੀਆਂ ਨੇ, ਉਹ ਵੋਟਾਂ ਮੈਟਰ ਵੀ ਕਰਦੀਆਂ ਨੇ ਕਿਉਂਕਿ ਜਿਹੜਾ ਰਿਜ਼ਲਟ ਆ ਮੈਨੀਪੂਲੇਟ ਹੁੰਦਾ ਉਹਦੇ ਨਾਲ, ਰਾਈਟ। ਤੇ ਇਹ ਜ਼ਰੂਰੀ ਨਹੀਂ ਵੀ ਪਛੜੇ ਏਰੀਆ 'ਚ ਹੀ ਹੁੰਦਾ, ਤੇ ਥੋੜ੍ਹੇ ਜਿਹੇ ਅਰਬਨ ਸਾਡੇ ਏਰੀਆਜ਼ ਨੇ ਉੱਥੇ ਵੀ ਹੁੰਦਾ। ਤੇ ਜਾਣੀ ਛੋਟੇ ਛੋਟੇ ਕਮਿਊਨਿਟੀ ਆਰਗੇਨਾਈਜੇਸ਼ਨ ਬਣੀਆਂ ਹੋਈਆਂ ਨੇ, ਉਹਨਾਂ ਨੂੰ ਭਰਮਾ ਕੇ ਪੋਲੀਟੀਕਲ ਪਾਰਟੀਆਂ ਉਹਨਾਂ ਤੋਂ ਇੱਕ ਹੋਂਦ ਲੈ ਲੈਂਦੀਆਂ ਨੇ ਕਿ ਤੁਸੀਂ ਸਾਡੀ ਸਪੋਰਟ ਕਰੋ, ਤੇ ਬੇਸਿਕਲੀ ਯੂ ਵਿਲ ਸਪੋਰਟ ਇਟ। ਪਰ ਜਿਹੜਾ ਜਿਵੇਂ ਤੁਸੀਂ ਪਹਿਲਾਂ ਗੱਲ ਕੀਤੀ ਸੀ ਵੀ 2014 ਦੀ ਇਲੈਕਸ਼ਨ ਦੇ ਵਿੱਚ ਹੋ ਸਕਦਾ ਇਹ ਕੰਮ ਨਾ ਹੋਵੇ, ਕਿਉਂਕਿ ਜੇ ਦੇਖਿਆ ਜਾਵੇ ਵੀ ਜੇ ਤੁਸੀਂ ਦੇਖਿਆ ਵੀ ਸੋਨੀਆ ਗਾਂਧੀ ਜੀ ਗਏ ਸੀ ਉੱਥੇ, ਉਹਨਾਂ ਨੇ ਮੁਸਲਮਾਨਾਂ ਦੀ ਸਪੋਰਟ ਦੇ ਲਈ ਉੱਥੇ ਗਏ, ਤਾਂ ਨਾਲ ਹੀ ਉਹਨਾਂ ਨੇ ਹਾਲਾਂਕਿ ਸਪੋਰਟ ਦੇ ਲਈ ਕਹਿ ਦਿੱਤਾ ਵੀ ਮੁਸਲਮਾਨਾਂ ਨੂੰ ਸਪੋਰਟ ਦੇ ਦਿਓ, ਪਰ ਜਿਹੜੇ ਕਈ ਗਰੁੱਪ ਖੜੇ ਹੋ ਕੇ ਆਏ ਕਿ ਨੋ ਵੀ ਡੋਂਟ ਵਾਂਟ ਟੂ ਸਪੋਰਟ ਦੈਮ, ਰਾਈਟ। ਉਦੋਂ ਬਾਅਦ ਬੀਜੇਪੀ ਹੈ ਜਿਹੜੀ ਹਿੰਦੂਤਵ ਦਾ ਬੜਾ ਇੱਕ ਹਿੰਦੂਤਵ ਦਾ ਜਿਹੜਾ ਜ਼ੋਰ ਲਾ ਰਹੇ ਨੇ, ਉਹਨਾਂ ਦੇ ਵਿੱਚੋਂ ਵੀ ਕਈ ਸੰਗਠਨ ਉਹਨਾਂ ਦੇ ਬਾਹਰ ਆ ਕੇ ਕਹਿੰਦੇ ਕਿ ਫॉर ਜਸਟ ਨਾਟ ਫॉर ਬੀਇੰਗ ਹਿੰਦੂ ਵੀ ਆਰ ਨਾਟ ਗੋਇੰਗ ਟੂ ਸਪੋਰਟ ਇਟ। ਉਹਨਾਂ ਨੇ ਵੀ ਗੱਲ ਹੋਈ ਆ, ਤੇ ਅਸੀਂ ਉਮੀਦ ਇਹੀ ਕਰਦੇ ਹਾਂ ਵੀ 2014 ਦੇ ਵਿੱਚ ਇਹ ਜ਼ਰੂਰ ਆਵੇ ਵੀ ਕਿਸੇ ਬਾਬੇ ਨੇ ਜਾਂ ਕਿਸੇ ਖਾਪ ਪੰਚਾਇਤ ਦੇ ਮੁਖੀ ਨੇ ਜਾਂ ਇਹ ਕਹਤਾ ਲੋਕਾਂ ਨੇ ਜਾ ਕੇ ਬਿਨਾਂ ਆਪਦੀ ਕੌਨਸ਼ੀਅਸ ਵਰਤੀ ਤੋਂ ਵੋਟ ਪਾ ਦਿੱਤੀ ਜਾਵੇ। ਪਰ ਇਹ ਪ੍ਰੋਬਲਮ ਜ਼ਰੂਰ ਹੈਗੀ ਆ ਤੇ ਕਾਫੀ ਵੱਡੀ ਪ੍ਰੋਬਲਮ ਹੈ। ਤੇ ਤੁਹਾਨੂੰ ਲੱਗਦਾ ਕਿ ਇਹਦੇ ਨਾਲ ਆਪ ਪਾਰਟੀ ਦੀਆਂ ਵੋਟਾਂ ਜਾਂ ਆਪ ਪਾਰਟੀ ਨੂੰ ਕੁਝ ਨੁਕਸਾਨ ਪਹੁੰਚ ਸਕਦਾ? ਬਿਲਕੁਲ ਪਹੁੰਚ ਸਕਦਾ ਜੀ, ਕਿਉਂਕਿ ਜਦੋਂ ਗੱਲ ਅਸੀਂ ਕੀਤੀ ਆ ਵੀ ਜੇ ਹੁਣ ਜਿਹੜੀ ਨਾ ਜਦੋਂ ਸਾਡੀ ਹਾਲਤ ਇਹੋ ਜਿਹੀ ਹੋ ਚੁੱਕੀ ਆ ਪੰਜਾਬ ਦੇ ਵਿੱਚ ਨਹੀਂ ਸਾਰੇ ਹਿੰਦੁਸਤਾਨ ਦੇ ਵਿੱਚ, ਕਿ ਅਸੀਂ ਕਾਫੀ ਇਮੋਸ਼ਨਲ ਆ। ਸਾਨੂੰ ਕੰਧਾਂ ਵਿੱਚ ਰੱਬ ਦਿੰਦਾ, ਸਾਨੂੰ ਪੱਥਰਾਂ 'ਚ ਰੱਬ ਦਿੰਦਾ, ਸਾਨੂੰ ਉੱਥੇ ਲੋਕੀ ਆ ਕਹਿੰਦੇ ਨੇ ਵੀ ਆਹ ਜਿਹੜੇ ਬੰਦੇ ਦੇ ਅਸੀਂ ਮੰਨ ਲਿਆ। ਜੇ ਅਸੀਂ ਕਿਸੇ ਉਹ ਬੰਦੇ ਜਿਹੜੀ ਉਹ ਸੰਗਠਨ ਦੇ ਵਿੱਚ ਜਾਂਦੇ ਆ, ਬੇਸਿਕਲੀ ਦੋਜ਼ ਪੀਪਲ ਆਰ ਵੈਰੀ ਸਮਾਰਟ, ਉਹਨਾਂ ਨੂੰ ਪਤਾ ਵੀ ਤੁਹਾਨੂੰ ਉਹਨਾਂ ਨੇ ਉੱਥੇ ਮੋਲਡ ਕੀਤਾ ਹੋਇਆ। ਤੇ ਹੁਣ ਜੇ ਮੈਂ ਕੌਨਸ਼ੀਅਸ ਦੇ ਵਿੱਚੋਂ ਤਾਂ ਸ਼ਾਇਦ ਮੈਨੂੰ ਲੱਗਦਾ ਹੋਵੇ ਕਿ ਮੈਂ ਇੱਕ ਆਮ ਆਦਮੀ ਆ, ਮੈਨੂੰ ਆਮ ਆਦਮੀ ਦੀ ਸਪੋਰਟ ਕਰਨੀ ਚਾਹੀਦੀ ਆ, ਪਰ ਇੱਕ ਇਹੋ ਜਿਹਾ ਬੈਰੀਅਰ ਸ਼ਾਇਦ ਜ਼ਰੂਰ ਆ ਸਕਦਾ ਜਿਹੜਾ ਧਾਰਮਿਕ ਵੀ ਹੋ ਸਕਦਾ, ਸੋਸ਼ਲ ਵੀ ਹੋ ਸਕਦਾ, ਕੋਈ ਹੋਰ ਵੀ ਹੋ ਸਕਦਾ, ਜਿਹੜਾ ਮੇਰੀ ਉਸ ਕੌਨਸ਼ੀਅਸ ਦੇ ਉੱਤੇ ਭਾਰਾ ਪੈ ਜਾਵੇ ਵੋਟ ਵਾਲੇ ਦਿਨ, ਤੇ ਜਿਸ ਦਾ ਸਿੱਧਾ ਨੁਕਸਾਨ ਆਮ ਆਦਮੀ ਪਾਰਟੀ ਨੂੰ ਹੋ ਵੀ ਸਕਦਾ। ਕਿਉਂਕਿ ਜੇ ਦੇਖਿਆ ਜਾਵੇ ਤਾਂ ਬਹੁਤ ਸਾਰੇ ਸਰਵੇਜ਼ ਆਏ ਨੇ, ਕਿਉਂਕਿ ਇਹ ਦੁਨੀਆ ਭਰ ਦੀਆਂ ਨਿਗਾਹਾਂ ਇਸ ਵੋਟਾਂ ਦੇ ਉੱਤੇ ਆ, ਤੇ ਜਿਹੜਾ ਇਹ ਤਬਕਾ ਹੈ ਜਿਹੜਾ ਕਿ ਮੇਜਰ ਵੋਟ ਬੈਂਕ ਜਿਹਨੂੰ ਕਹਿੰਦੇ ਅਸੀਂ,
ਜਿਹੜਾ ਕਾਫੀ ਸੈਂਟਰ ਦੇ ਵਿੱਚ ਕਿਹੜੀ ਸਰਕਾਰ ਆਊਗੀ ਉਹ ਡਿਸਾਈਡ ਕਰਦਾ। ਤੇ ਇਹਨੂੰ ਰੁਝਾਉਣ ਵਾਸਤੇ ਜਾਂ ਇਹਦੇ ਤੱਕ ਆਪਣਾ ਮੈਸੇਜ ਸਹੀ ਤਰ੍ਹਾਂ ਪਹੁੰਚਾਉਣ ਵਾਸਤੇ ਆਪ ਪਾਰਟੀ ਕੀ ਕਰ ਰਹੀ ਹੈ, ਕੁਝ ਹੈ ਅੰਦਾਜ਼ਾ ਇਸ ਬਾਰੇ? ਦੇਖੋ, ਜਦੋਂ ਜਿਹੜੀ ਆਮ ਆਦਮੀ ਪਾਰਟੀ ਦਾ ਇੱਕ ਸਟਰੋਂਗ ਪੁਆਇੰਟ ਤੇ ਵੀਕ ਪੁਆਇੰਟ ਵੀ ਇੱਕੋ ਹੀ ਆ, ਉਹੀ ਉਹਦਾ ਸਟਰੋਂਗ ਪੁਆਇੰਟ ਹੋਣਾ, ਉਹੀ ਵੀਕ ਪੁਆਇੰਟ ਹੋਣਾ। ਜਿਹੜਾ ਮੀਡੀਆ ਦਾ ਜਿਹੜਾ ਉੱਥੇ ਜਿਹੜੀ ਵਿਵਹਾਰ ਆ, ਉਹ ਦੇਖੋ ਸਾਨੂੰ ਵਰਲਡ ਦੇ ਵਿੱਚ ਪਤਾ ਵੀ ਉਹ ਨਿਊਟਰਲ ਰੋਲ ਨਹੀਂ ਹੈਗਾ ਕਿਸੇ ਮੀਡੀਆ ਦਾ ਝੁਕਾਅ ਕਿਸੇ ਪਾਰਟੀ ਵੱਲ ਕਿਸੇ ਵੱਲ ਨਹੀਂ ਆ। ਉਸ ਨੂੰ ਨਾ ਤਾਂ ਮੀਡੀਆ ਦੀ ਸਪੋਰਟ ਮਿਲਣੀ ਹੈ। ਜਿਹੜੇ ਪੋਲ ਆ ਰਹੇ ਨੇ, ਜਿਹੜੇ ਐਗਜ਼ਿਟ ਪੋਲ ਆ ਰਹੇ ਨੇ, ਉਹ ਵੀ ਮੋਸਟਲੀ ਮੀਡੀਆ ਸਪੋਂਸਰਡ ਪੋਲਸ ਹੁੰਦੇ ਨੇ ਤੇ ਉਹਦੇ ਵਿੱਚੋਂ ਜਿਹੜੇ ਰਿਜ਼ਲਟ ਨੇ ਸਾਡੇ ਕੋਲ ਕਨਫਰਮ ਰਿਪੋਰਟਸ ਤਾਂ ਨਹੀਂ ਵੀ ਉਹ ਮੈਨੀਪੂਲੇਟ ਕਿਵੇਂ ਹੁੰਦੇ ਨੇ, ਪਰ ਦੇ ਸੇ ਕਿ ਪੋਲ ਠੀਕ ਨਹੀਂ ਹੁੰਦੇ। ਦੂਜੀ ਗੱਲ ਇਹ ਆ ਵੀ ਜਦੋਂ ਇੰਨਾ ਕੁਝ ਤੁਸੀਂ ਉਹ ਆਮ ਦੇ ਲਈ ਇੱਕ ਡਿਸਐਡਵਾਂਟੇਜ ਹੋਣ ਦੇ ਲਈ, ਪਰ ਜਿਹੜੇ ਉਹਨਾਂ ਦੇ ਕੈਂਡੀਡੇਟ ਜਾਂ ਜਿਹੜੇ ਆਮ ਦੇ ਜਿਹੜੇ ਵਲੰਟੀਅਰਸ ਨੇ, ਉਹਨਾਂ ਨੂੰ ਇੱਕੋ ਹੀ ਮਕਸਦ ਰਹਿ ਜਾਂਦਾ ਵੀ ਲੋਕਾਂ ਦੇ ਘਰ ਘਰ ਇਕੱਲਾ ਇਕੱਲਾ ਡੋਰ ਖੜਕਾਈਏ। ਸਾਡੀ ਜਿਹੜੀ ਵਿਚਾਰਧਾਰਾ ਸਿਰਫ ਇਹ ਆਪਣੇ ਉੱਥੇ ਜਾ ਕੇ ਹੀ ਹੋਣੀ ਆ। ਉਹਨਾਂ ਦੇ ਲਈ ਉਹਨਾਂ ਨੂੰ ਕਾਫੀ ਮਿਹਨਤ ਕਰਨੀ ਪੈਂਦੀ ਆ, ਪਿੰਡਾਂ 'ਚ ਜਾ ਕੇ। ਕਈ ਕੈਂਡੀਡੇਟਸ ਨੇ ਵਿਚਾਰੇ 4-4 ਮਹੀਨਿਆਂ ਤੋਂ ਬਾਅਦ ਕਈ ਘਰਾਂ 'ਚ 2-2 ਵਾਰ ਜਾਏ ਨੇ, 1 ਵਾਰ ਜਾਏ ਨੇ। ਉਹ ਜਿਹੜੀ ਰਾਜਨੀਤੀ ਦੇ ਵਿੱਚ ਜਿਹੜਾ ਉਹ ਕੈਂਪੇਨ ਹੁੰਦਾ ਨਾ, ਉਹ ਇੱਕ ਹਾਰਡ ਵਰਕ ਕੈਂਪੇਨ ਕਹਿੰਦੇ ਆ ਉਹਨੂੰ। ਉਹਦਾ ਜਿਹੜਾ ਰਿਜ਼ਲਟ ਹੁੰਦਾ ਉਹ ਗੋ ਡਾਊਨ ਦੀ ਉਮੀਦ ਹੁੰਦੀ ਆ। ਜੇ ਤੁਸੀਂ ਕਿਸੇ ਨੂੰ ਮੀਡੀਆ ਦੇ ਵਿੱਚੋਂ ਜਾਂ ਉਹ ਕਰਦੇ ਹੋ, ਆਫਕੋਰਸ ਤੁਹਾਡੀ ਜਿਹੜੀ ਟਾਰਗੇਟ ਜਿਹੜੀ ਆਡੀਅנס ਆ ਉਹ ਤਾਂ ਕਾਫੀ ਵੱਡੀ ਹੋ ਜਾਂਦੀ ਆ। ਪਰ ਜਦੋਂ ਤੁਸੀਂ ਲੋਕਾਂ ਦੇ ਦਿਲਾਂ ਦੇ ਵਿੱਚ ਰਾਜ ਕਰਨਾ, ਜਿਹੜੀ ਦਿਲਾਂ ਦੀ ਜਿਹੜੀ ਵੋਟ ਮੰਗ ਰਹੇ ਹੋ, ਉਹ ਤਾਂ ਘਰਾਂ ਦੇ ਵਿੱਚ ਜਾ ਕੇ ਹੀ ਮਿਲਣੀ ਹੈ। ਤੇ ਆਮ ਆਦਮੀ ਪਾਰਟੀ ਦੇ ਲਈ ਪ੍ਰੋਬਲਮ ਵੀ ਇਹੀ ਹੈ ਕਿ ਉਹਨਾਂ ਕੋਲ ਰਿਸੋਰਸਿਸ ਨਹੀਂ ਹੈਗੇ। ਦੂਜੀ ਗੱਲ, ਇਹ ਮਿਹਨਤ ਕਰਕੇ ਜਿਹੜਾ ਦਿੱਲੀ ਦੇ ਵਿੱਚ ਹੋਇਆ ਸੀ, ਬਿਲਕੁਲ ਇਹੀ ਗੱਲ ਹੋਈ ਸੀ ਕਿ ਮੀਡੀਆ ਨੇ ਉਹਨਾਂ ਨੂੰ 1 ਮਹੀਨੇ ਲਈ ਬਲੈਕ ਆਊਟ ਕਰਤਾ ਸੀ। ਦੇ ਵਰ ਨਾਟ ਇਨ ਦ ਨਿਊਜ਼। ਉਹ ਨਿਊਜ਼ ਵਿੱਚ ਨਾ ਆਉਣ ਦੇ ਲਈ ਉਹਨਾਂ ਨੇ ਆਪਣਾ ਕੰਮਕਾਰ ਜਾਰੀ ਰੱਖਿਆ ਕਿ ਅਸੀਂ ਗ੍ਰਾਸ ਰੂਟ ਦੇ ਵਿੱਚ ਇਕੱਲਾ ਡੋਰ ਖੜਕਾਵਾਂਗੇ ਜਾਂ ਰੋਡ ਸ਼ੋਅ ਕਰਾਂਗੇ। ਹੁਣ ਦੇਖਿਆ ਜਾਵੇ, ਰੋਡ ਸ਼ੋਅ ਜਿਹੜੇ ਹੁੰਦੇ ਵੀ ਨੇ, ਚੰਗੇ ਹੋਣ ਚਾਹੇ ਮਾੜੇ ਹੋਣ, ਜਿਹੜਾ ਮੀਡੀਆ ਬੇਸਿਕਲੀ ਦੇ ਮਾਈਟ ਗੈਟ ਡਾਇਰੈਕਸ਼ਨਸ ਫਰੋਮ ਸਮ ਪੋਲੀਟੀਕਲ ਪਾਰਟੀਜ਼, ਪਰ ਉਹ ਮੀਡੀਆ ਜਿਹੜਾ ਥੋੜ੍ਹਾ ਬਹੁਤ ਰੋਲ ਇੰਡੀਆ 'ਚ ਪਲੇ ਕਰ ਰਿਹਾ। ਪਰ ਮੈਨੂੰ ਲੱਗਦਾ ਵੀ ਜੇ ਇਹਦੇ ਜਿਹੜੇ ਉਮੀਦਵਾਰ ਨੇ ਆਮ ਆਦਮੀ ਪਾਰਟੀ ਦੇ, ਜੇ ਉਹਨਾਂ ਨੇ ਮਿਹਨਤ ਕੀਤੀ ਹੋਈ ਤਾਂ ਇਹ ਮਿਹਨਤ ਰੰਗ ਜ਼ਰੂਰ ਲਿਆਊਗੀ। ਗੌਤਮ ਜੀ, ਤੁਸੀਂ ਕੀ ਕਹਿਣਾ ਚਾਹੋਗੇ ਇਸ ਬਾਰੇ ਕਿ ਕਿੰਨਾ ਕੁ ਫਾਇਦਾ ਤੇ ਕਿੰਨਾ ਕੁ ਨੁਕਸਾਨ ਜਿਹੜਾ ਆ ਉਹ ਆਮ आदमी पार्टी ਨੂੰ हो सकता है इस चीज़ तो? देखो जी, मैं अपन सीधा पहुंचते हैं एग्जांपल्स पे। राइट, दिल्ली के अंदर एग्जिट पोल आए, उन्होंने कहा कि आम आदमी पार्टी का खाता खुलेगा नहीं खुलेगा पता नहीं, या 1 सीट या 2 सीट आएंगी। ये थी एग्जिट पोल की हकीकत। जो योगेंद्र यादव है, जो कि स्पेशलिस्ट है इन चीज़ों के, उन्होंने कहा कि जी 30 से 40 सीटें आएंगी। ठीक है जी, हुआ क्या कि 28 सीटें आई। देखो, ये जितने भी समझदार लोग हैं, एजुकेटेड लोग हैं, जो थोड़ी बहुत भी समझ रखते हैं इस चीज़ की, उनको पता है कि हम यार हिंदुस्तान से आए, हमें मालूम है हिंदुस्तान में क्या होता है। वहाँ पे हर चीज़ बिका हुआ है जी, ए से लेके जेड तक। ठीक है, मैं ये नहीं कह रहा कि सारा मीडिया बिका हुआ है या सारे एग्जिट पोल वाले बिका हुआ है, लेकिन कहने का मतलब क्या है कि वो उसको मैनिपुलेट करते हैं इधर उधर। हकीकत का तो सामना सर जी, हकीकत जो है ना, उसका पता चलेगा हमको 16 मई को कि वहाँ पे क्या होगा, जिस तरह की दिल्ली के चुनाव के बाद में हुआ था। लेकिन जैसे देवेंद्र जी ने कहा एक बात कि आम आदमी पार्टी है, इसकी स्ट्रेंथ है सर जी वॉलंटियर्स। अच्छा, जैसे मैं और हम लोग यहाँ पे बैठे हुए हैं, हमारा घर है, परिवार है, हमारा काम है, हम सभी बिजी हैं। आपको पता है कनाडा में हर बंदा इतना बिजी है, किसी के पास में 1 मिनट निकालने के लिए टाइम नहीं है। हर एक बंदा बोलता है बिजी है। हम लोग पिछले 4 महीने से बिल्कुल जी तोड़ के लगे हुए हैं कि जितना भी टाइम मिलता है, रात को, दिन को, सुबह को, शाम को भागते हैं। तो क्यों भागते हैं जी? हमें क्या स्वार्थ है उससे? एक ही स्वार्थ है कि हमारे देश में कुछ अच्छा हो, हम इस मैसेज को कैसे डिलीवर करें। वहाँ पे 2 तरह के लोग होते हैं। एक होता है एम्प्लॉय, ठीक है जी, एक होता है जिस बंदे के दिल के अंदर कोई किसी चीज़ की मतलब एक तड़प है, कुछ करने की इच्छा है। तो जो आपके जो वॉलंटियर्स हैं, ये वो लोग हैं जिनके दिल में वो जुनून है, वो नशा है। तो वो उस जुनून से काम करते हैं, घर घर तक पहुंचते हैं, हर एक आदमी से बात करते हैं कि जी आप 50 साल से इन लोगों को वोट देते आ रहे हैं, इन्होंने जो किया वो किया अपने सामने है, एक बार हमको देख तो लो भाई। नहीं तो वो तो वहीं पे है ना, आपकी कांग्रेस और बीजेपी तो कहीं गए ही नहीं ना, वो तो वहीं पे हैं। लेकिन एक बार हमें देखे तो देख लो। जैसा कि इन्होंने वोट देके देखा, दिल्ली में आपके सामने 49 डेज इनकी सरकार रही, जो हुआ गलत हुआ सही हुआ हु नोज, बट जितने दिन ये सरकार में थे, ये क्या किया, क्या काम किया, वो आपके सामने है। जो सिख राइट्स हुए थे 84 के, उसके ऊपर SIT के लिए सर जी बीजेपी और कांग्रेस ने हमेशा ये राजनीति की है। पंजाब में भी वही है, उन्होंने SIT तक नहीं बनाई उसकी। क्यों नहीं बनाई जी? बोलते थे कि जी ये नहीं हो रहा, वो नहीं हो रहा। इन्होंने कैसे 5 दिन में बना दी? ठीक है जी। तो बातें ये है कि विलिंगनेस की, तो जो आपके जो वॉलंटियर्स हैं उनकी स्ट्रेंथ है, एंड ये हर एक एग्जिट पोल को ध्वस्त करने वाले हैं सर।
ਨਹੀਂ ਐਗਜ਼ਿਟ ਪੋਲ ਤਾਂ ਹੁਣ ਜਿਸ ਤਰ੍ਹਾਂ ਇਲੈਕਸ਼ਨ ਕਮਿਸ਼ਨ ਨੇ ਹੁਣ ਰੀਸੈਂਟਲੀ ਇਹ ਨਿਊਜ਼ ਦਿੱਤੀ ਹੈ ਕਿ ਹੁਣ ਕੋਈ ਵੀ ਐਗਜ਼ਿਟ ਪੋਲ ਜਿਹੜਾ ਆ ਉਹ ਚੋਣਾਂ ਹੋਣ ਤੋਂ ਬਾਅਦ ਹੀ ਜਿਹੜਾ ਹੈ ਉਹ ਪਬਲਿਸ਼ ਹੋਏਗਾ ਜਾਂ ਉਹ ਟੈਲੀਕਾਸਟ ਹੋਏਗਾ ਜੀ। ਪਰ ਜਿਹੜਾ ਓਵਰਆਲ ਅਸੀਂ ਲੋਕਾਂ ਦੀ ਮੈਂਟੈਲਿਟੀ ਅਗਰ ਦੇਖੀਏ ਜੀ। ਉਹਦੇ ਵਿੱਚ ਜ਼ਿਆਦਾਤਰ ਇਹ ਹੈ ਕਿ ਇਹ ਸਰਕਾਰ ਇੰਨੇ ਚਿਰ ਤੋਂ ਲੱਗੀ ਹੋਈ ਹੈ, ਜਿਹੜੀਆਂ ਪੁਰਾਣੀਆਂ ਸਰਕਾਰਾਂ ਇਹ ਦੁਬਾਰਾ ਅਸੀਂ ਫਿਰ ਇਹਨੂੰ ਮੌਕਾ ਦੇ ਦਿੰਦੇ। ਇਦਾਂ ਕਾਫੀ ਜਿਹੜਾ ਪਹਿਲਾਂ ਵੀ ਹੁੰਦਾ ਰਿਹਾ ਹੈ जी। ਤੇ ਹੁਣ ਤੁਹਾਨੂੰ ਲੱਗਦਾ ਕਿ ਇਦਾਂ ਫਿਰ ਦੁਬਾਰਾ ਹੋਏਗਾ? देखो जी, जैसे इन्होंने कहा थोड़ी देर पहले देखो कि इंडिया के जो लोग हैं वो बहुत ही इमोशनल है, इमोशनल डिसीजन लेते हैं हम लोग, है ना। लेकिन इस बार ये टाइम है एक एजुकेशनल डिसीजन लेने का, और विदाउट एजुकेशनल डिसीजन इंडिया कांट सर्वाइव। अरविंद केजरीवाल जी हमेशा ये बात करते हैं कि ये कोई लड़ाई जो है वो आपकी और मेरी नहीं है, ये किसी के सीएम या पीएम बनने की नहीं है, ये लड़ाई है हिंदुस्तान को बचाने की। और हिंदुस्तान बचेगा कैसे? जब वहाँ की आवाम, जब वहाँ का वोटर इस चीज़ को डिसाइड करेगा, नॉट इमोशनल, एजुकेशनल, कि भाई मैं वोट दे रहा हूँ, मैं क्यों दे रहा हूँ, इस वोट का क्या मतलब है, और ये अगर मैं वोट इसको या इसको या इसको देता हूँ तो इसका किस चीज़ पे प्रभाव पड़ने वाला है आगे 5 साल के अंदर। सो दिस इज हाउ इट इज़ बेसिकली। ਇੱਕ ਥੋੜੀ ਜਿਹੀ ਚੇਂਜ ਦੱਸਦਾ ਵੀ ਕਿ ਜਿਹੜੀ ਵੋਲੰਟੀਅਰ ਉੱਥੇ ਦੇ ਕਰ ਰਹੇ ਨੇ, ਜਿਹੜੀ ਆਈ ਥਿੰਕ ਇਟ ਵਿਲ ਵਰਕ, ਹੈ ਨਾ, ਜੇ ਵਰਲਡ ਦੇ ਦੂਜੇ ਵੀ ਹਿੱਸਿਆਂ 'ਚ ਕੰਮ ਕਰਦੀ ਆ। ਜਿਵੇਂ ਫੂਲਕਾ ਜੀ ਲੁਧਿਆਣੇ ਤੋਂ ਚੋਣ ਲੜ ਰਹੇ ਨੇ। ਫੂਲਕਾ ਜੀ ਇੱਕ ਦਿਨ ਉਹਨਾਂ ਦਾ ਕੈਂਪੇਨ ਸੀ ਲੁਧਿਆਣੇ ਦੇ ਵਿੱਚੋਂ, ਸਿਰਫ ਉਹਨਾਂ ਨੇ ਪ੍ਰਾਇਮਰੀ ਸਕੂਲਾਂ ਦੇ ਵਿੱਚ ਕੈਂਪੇਨ ਕੀਤਾ। ਪ੍ਰਾਇਮਰੀ ਸਕੂਲਾਂ ਦੇ ਜਿਹੜੇ ਬੱਚੇ ਨੇ ਪਹਿਲੀ ਤੋਂ ਲੈ ਕੇ 5ਵੀਂ ਤੱਕ ਪੜ੍ਹਦੇ ਹੋਣਗੇ ਪਿੰਡਾਂ ਦੇ ਵਿੱਚ, ਆਮ ਬੰਦਾ ਸੋਚਦਾ ਵੀ ਇਹ ਤਾਂ ਵੋਟਰ ਵੀ ਨਹੀਂ ਹੈਗੇ, ਇੱਥੇ ਕੈਂਪੇਨ ਕਰਦਾ ਵੀ ਬੱਚਿਆਂ ਨਾਲ ਕਦੇ ਗੱਲ ਸੁਣੀ ਹੈ, ਤੇ ਛੋਟੇ ਬੱਚੇ ਨੇ, ਇਹਨਾਂ ਨਾਲ ਕੀ ਗੱਲ ਕਰਨੀ ਹੈ। ਪਰ ਜੇ ਤੁਸੀਂ ਉਹਦਾ ਐਂਡ ਪੁਆਇੰਟ ਦੇਖੋ, ਜੇ ਕੱਲ੍ਹ ਨੂੰ ਬੱਚਾ ਜੇ ਤੁਸੀਂ ਅਨਪੜ੍ਹ ਮਾਂ-ਬਾਪ ਹੋਣ ਤੇ ਬੱਚੇ ਉਹਨਾਂ ਦੇ ਪ੍ਰਾਇਮਰੀ ਸਕੂਲ ਜਾ ਕੇ ਤੁਹਾਨੂੰ ਦੱਸਣ ਵੀ ਆਮ ਆਦਮੀ ਪਾਰਟੀ ਇਹ ਚੀਜ਼ ਹੈਗੀ ਆ, ਉਹਨੂੰ ਵੋਟ ਪਾਈ ਜਾਣੀ ਹੈ। ਜਿੱਥੇ ਅਸੀਂ ਉਹ ਸ਼ਰਾਬ ਦੀ ਗੱਲ ਕਰਦੇ ਹਾਂ, ਜਿੱਥੇ ਉਹ ਇਮੋਸ਼ਨ ਆ, ਜਦੋਂ ਬੱਚਿਆਂ ਦੀ ਅੱਖਾਂ 'ਚ ਅੱਖਾਂ ਪਾੜ ਕੇ ਤੁਸੀਂ ਗੱਲ ਕਰਦੇ ਹੋ ਨਾ, ਫਿਰ ਦੈਨ ਬੇਸਿਕਲੀ ਯੂ ਡਿਸਾਈਡ। ਉਸ ਚੀਜ਼ ਦਾ ਕੋਈ ਧਰਮ, ਕੋਈ ਕਾਸਟ ਉਹਦਾ ਮੁੱਲ ਨਹੀਂ ਕਰ ਸਕਦੀ। ਜਿਹੜਾ ਇਹ ਕੈਂਪੇਨ ਉੱਥੋਂ ਜਦੋਂ ਗ੍ਰਾਸ ਰੂਟ ਤੋਂ ਸ਼ੁਰੂ ਹੋਇਆ, ਆਈ ਥਿੰਕ ਦੈਟ ਵਿਲ ਬੀ ਬੈਟਰ। ਕਿਉਂਕਿ ਜੇ ਪੰਜਾਬ ਦੀ ਗੱਲ ਕਰੀਏ ਤਾਂ ਜਿਹੜੇ ਕਰੋੜਪਤੀ ਜਿਹੜੇ ਕੈਂਡੀਡੇਟ ਨੇ, ਉਹਨਾਂ ਦੀ ਜਿਹੜੀ ਰਿਪੋਰਟ ਆਈ ਹੈ ਉਹ ਇਹ ਆਈ ਹੈ ਕਿ 13 ਜਿਹੜੇ ਮੈਂਬਰ ਖੜਦੇ ਨੇ, ਸਾਡੀ ਕਨਸਟੀਟੂਐਂਸੀ 13 ਹਿੱਸਿਆਂ 'ਚ ਵੰਡੀ ਹੋਈ ਹੈ, ਤਾਂ ਕਾਂਗਰਸ ਦੇ 12 ਨੇ, ਸ਼੍ਰੋਮਣੀ ਅਕਾਲੀ ਦਲ ਦੇ 10 ਨੇ, ਤੇ ਆਪ ਦੇ 8 ਨੇ ਕਰੋੜਪਤੀ, ਮਤਲਬ ਜਿਨ੍ਹਾਂ ਕੋਲ 1 ਕਰੋੜ ਤੋਂ ਉੱਤੇ ਦੀ ਸੰਪत्ति, ਐਸੈਟਸ ਜਾਂ ਕੁਝ ਵੀ ਕਹਿ ਲਿੱਤਾ ਜਾਵੇ। ਪਰ ਕਿਉਂਕਿ ਜਿਹੜੀ ਕਰੋੜਪਤੀਆਂ ਵਾਲੇ ਇਹ ਆંકੜੇ ਨੇ ਬਰਾਬਰ ਜਿਹੇ ਨੇ, ਮੇਰੇ ਖਿਆਲ ਤੋਂ 2-2 ਦਾ ਫਰਕ ਆ, ਤੇ ਕੀ ਇਸ ਨਾਲ ਕੋਈ ਫਰਕ ਪੈਂਦਾ ਕਿ ਆਮ ਆਦਮੀ ਪਾਰਟੀ ਸੱਚੀ ਆਮ ਆਦਮੀ ਪਾਰਟੀ ਆ? ਨਹੀਂ, ਦੇਖੋ ਇਹ ਗੱਲ ਨਾਲ ਤੁਹਾਡੀ ਤਾਂ ਮੈਂ ਥੋੜਾ ਜਿਹਾ ਸਹਿਮਤ ਇਸ ਲਈ ਨਹੀਂ ਹੈਗਾ। ਕਰੋੜਪਤੀ ਦੀ ਗੱਲ ਸ਼ੁਰੂ ਅਸੀਂ ਕੀਤੀ ਹੈ। ਜਿਹੜਾ ਕਰੋੜਪਤੀ ਦੀ ਡੈਫੀਨੇਸ਼ਨ ਆ ਨਾ, ਇਹ ਸਾਡੀ ਉਹ ਪੁਰਾਣੀ 25-30 ਸਾਲ ਪੁਰਾਣੀ ਡੈਫੀਨੇਸ਼ਨ ਆ ਵੀ ਕਈ ਬੰਦਿਆਂ ਕੋਲ ਕਰੋੜ ਰੁਪਈਆ ਹੁੰਦਾ ਸੀ, ਕਰੋੜ ਰੁਪਈਆ ਹੁੰਦਾ ਸੀ ਵੀ ਇੱਕ ਅੱਧੇ ਬੰਦੇ ਕੋਲ ਪਿੰਡ ਚੋਂ ਜਾਂ ਕਿਸੇ ਕੋਲੇ ਹੋਣਾ ਵੀ ਉਹ ਸਰਦਾਰ ਗਿਣਦੇ ਸੀ। ਹੁਣ ਕਰੋੜ ਤੱਕ ਤਾਂ ਲੋਕੀ ਬਹੁਤ ਪਹੁੰਚ ਗਏ ਨੇ। ਉਦੋਂ ਬਾਅਦ ਜਿਹੜੀ ਲਿਮਟ ਆਈ ਹੈ 100 ਕਰੋੜ, ਉਦੋਂ ਬਾਅਦ 1000 ਕਰੋੜ। ਜਿਹੜੀ ਤੁਸੀਂ ਕਾਂਗਰਸ ਦੀ ਗੱਲ ਕੀਤੀ ਆ, ਉਹਨਾਂ ਦੇ ਜਿਹੜੇ ਕੈਂਡੀਡੇਟ ਨੇ ਉਹ 100 ਕਰੋੜ ਦੇ ਨੇੜੇ ਤੇੜੇ ਪਹੁੰਚੇ ਹੋਏ ਨੇ। ਅਕਾਲੀ ਦਲ ਦੇ ਤਾਂ 100 ਤੋਂ ਉੱਤੇ ਨੇ, 100 ਕਰੋੜ ਵਾਲੇ। ਹੁਣ ਜਿਹੜੇ ਦੂਜੀ ਗੱਲ ਆ, ਕਿਸੇ ਨੇ ਮੈਨੂੰ ਕਿਹਾ ਸੀ ਵੀ ਦੇਖੋ ਜੀ ਜਿਹੜੇ ਉਹ ਨੇ ਕੈਂਡੀਡੇਟ, ਜਿਵੇਂ ਫੂਲਕਾ ਸਾਹਿਬ ਦੀ ਗੱਲ ਕਰ ਲਓ, ਫੂਲਕਾ ਸਾਹਿਬ ਸੁਪਰੀਮ ਕੋਰਟ ਦੇ ਜੱਜ ਰਹੇ ਨੇ, ਉਹਨਾਂ ਉਦੋਂ ਬਾਅਦ ਜੱਜ ਵਕੀਲ ਰਹੇ ਨੇ, ਉਹਨਾਂ ਨੇ ਸਾਰੀ ਉਮਰ ਉੱਥੇ ਕੇਸ ਲੜੇ ਨੇ। ਜੇ ਉਹਨਾਂ ਕੋਲ ਦਿੱਲੀ 'ਚ ਇੱਕ ਘਰ ਵੀ ਹੋਇਆ ਤਾਂ ਕਰੋੜ ਰੁਪਈਏ ਦਾ, ਘਰ ਦੇ ਐਸਲ ਕਰੋੜ ਰੁਪਈਏ ਦੇ ਨੇ। ਦੂਜੀ ਗੱਲ, ਜੇ ਤੁਸੀਂ ਅਮੀਰ ਹੋ, ਬਾਈ ਚਾਂਸ ਜੇ ਤੁਹਾਡੇ ਕੋਲ ਜਿਹੜੀ ਆਮਦਨ ਦਾ ਸਾਧਨ ਆ ਉਹ ਕਿਸੇ ਮਾੜੇ ਤੱਤਾਂ ਤੋਂ ਨਹੀਂ ਬਣਾਇਆ ਹੋਇਆ, ਤੁਸੀਂ ਇੱਕ ਸਟੇਟ ਨੂੰ ਬਿਲੋਂਗ ਕਰਦੇ ਹੋ, ਜੇ ਤੁਸੀਂ ਅਮੀਰ ਹੋ ਤਾਂ ਇਹਦਾ ਇਹ ਮਤਲਬ ਨਹੀਂ ਤੁਸੀਂ ਆਪਦੇ ਆਪ ਨੂੰ ਆਮ ਆਦਮੀ ਨਹੀਂ ਕਹਾ ਸਕਦੇ। ਐਜ਼ ਲੌਂਗ ਐਜ਼ ਤੁਹਾਡੇ ਹੱਥ ਉਸੇ ਜਾਲ ਦੇ ਵਿੱਚ ਨਾ ਪਏ ਹੋਣ ਜਿੱਥੇ ਉਹ ਕਰਪਟ ਲੋਕੀ ਜਿਹੜੇ ਨੇ ਜਾਂ ਜਿਹੜੇ ਗਲਤ ਰਾਜਨੀਤੀ ਕਰਦੇ ਨੇ। ਅਮੀਰ ਹੋਣਾ ਕੋਈ ਬੁਰਾਈ ਨਹੀਂ ਹੈਗੀ। ਅਸੀਂ ਦੇਖੋ ਜੇ ਲੜ ਰਹੇ ਹਾਂ, ਜੇ ਇੱਥੇ ਜਿਹੜੀ ਆਮ ਆਦਮੀ ਦੀ ਪਾਰਟੀ ਦੀ ਲੜਾਈ ਆ, ਇਹ ਆ ਵੀ ਸਾਡੀ ਜਿਹੜੀ ਮਿਡਲ ਕਲਾਸ ਆ, ਜਿਹੜੀ ਆਮ ਆਦਮੀ ਦੀ ਪਹਿਚਾਣ ਹੀ ਖਤਮ ਹੋਈ ਜਾ ਰਹੀ ਆ। ਈਦਰ ਪੀਪਲ ਆਰ ਗੋਇੰਗ ਟੂ ਬੀ ਪੂਅਰ ਔਰ ਰਿਚ। ਜਿਹੜੇ ਰਿਚ ਬਣ ਰਹੇ ਨੇ ਉਹ ਇੱਕ ਮਾੜੇ ਤੱਤਾਂ ਤੋਂ ਬਣ ਰਹੇ ਨੇ, ਤੇ ਉਹਨਾਂ ਦੀ ਗਿਣਤੀ ਬਹੁਤ ਘੱਟ ਹੈ, ਤੇ ਗਰੀਬਾਂ ਦੀ ਗਿਣਤੀ ਬਹੁਤ ਵੱਧਦੀ ਜਾਂਦੀ ਹੈ ਸਪਰੈਸ ਹੋਣ ਦੇ ਨਾਲ। ਜਿਹੜੇ ਹੁਣ ਕਰੋੜਪਤੀ ਦੀ ਗੱਲ ਹੋਈ ਹੈ, ਤੁਸੀਂ ਵੀ 8 ਕੈਂਡੀਡੇਟ ਕਰੋੜਪਤੀ ਨੇ। ਸੱਚੀ ਗੱਲ ਆ, ਜੇ ਤੁਹਾਡੇ ਕੋਲ ਘਰ ਵੀ ਆਪਦਾ ਹੋਵੇ ਤਾਂ ਉਹ 50-60 ਲੱਖ ਦਾ ਘਰ ਹੋ ਜਾਂਦਾ ਜੇ ਸ਼ਹਿਰ ਦਾ ਘਰ ਹੋਵੇ। ਉਸ ਤੋਂ ਬਾਅਦ ਸਾਰੀ ਉਮਰ ਤੁਸੀਂ ਸੰਪਤੀ ਕੀਤੀ ਹੋਵੇ, ਜਿਵੇਂ IIT ਦੇ ਵਿੱਚ ਤੁਸੀਂ ਲੈਕਚਰਰ ਤੁਹਾਡੀ ਸੈਲਰੀ ਆ, ਹੁਣ ਰਿਟਾਇਰਡ IAS ਆਫੀਸਰ ਰਹੇ ਹੋ। ਇਹਦਾ ਮਤਲਬ ਇਹ ਨਹੀਂ ਵੀ ਹਰੇਕ ਆਮ ਆਦਮੀ ਨੂੰ ਝੁੱਗੀ ਚੌਂਪੜੀ ਵਾਲਾ ਸਮਝਿਆ ਜਾਵੇ। ਉਹਦੇ 'ਚ ਲੋਕੀ ਬਹੁਤ ਸ਼ਾਮਲ ਹੋਣਗੇ, ਤੇ ਸਾਨੂੰ ਜਾਣੀ ਇਹ ਗੱਲ ਦੀ ਬੜੀ ਉਹ ਹੋਣੀ ਚਾਹੀਦੀ ਆ, ਖੁਸ਼ੀ ਹੋਣੀ ਚਾਹੀਦੀ ਆ ਕਿ ਉਹ ਲੋਕੀ ਜੁੜ ਰਹੇ ਨੇ
ਜਿਹੜੇ ਲੋਕੀ ਆਪਦੇ ਕੋਲੇ ਇੰਨਾ ਕੁਝ ਹੁੰਦੇ ਹੋਏ ਵੀ ਕਹਿੰਦੇ ਹੋ ਕਿ ਆਮ ਆਦਮੀ ਕਹਿਣ ਦੇ ਵਿੱਚ ਸਾਨੂੰ ਕੋਈ ਸ਼ਰਮ ਨਹੀਂ, पूअर क्लास में भी आम आदमी तक होना चाहिए। इसमें मैं एक बात और जोड़ना चाहूँगा। स्टार्ट किया था ना तब हम एक दिन रेडियो शो पे थे तो वहाँ पे भी ये सवाल आया कि लिसनर से, एक्चुअली आम आदमी की डेफिनेशन ये नहीं है कि वो कोई गरीब है, कि वो कोई अमीर है, कि वो कोई मिडिल क्लास है। आम आदमी कौन है? आम आदमी वो है जिसकी सोच ये कहती है कि हिंदुस्तान का अच्छा हो, उसका भला हो, वहाँ पे भ्रष्टाचार ना हो, वहाँ पे लोगों को काम अच्छे से हो, वहाँ पे सारी जो सुविधाएं जो मिलनी चाहिए एक इंसान को एक जगह पे रहने के लिए, जो जो सुविधाएं मिलनी चाहिए वो आराम से जहाँ पे मुहैया होती हैं उसको एक सही तरीके से वो मिलती हैं, वो आम आदमी है। इसका पैसे से क्या लेना देना है? इसका मतलब तो ये है कि एक गरीब है, इसके पास में कोई घर भी नहीं है, वो तो रोड पे सो रहा है, वो आम आदमी नहीं है। या एक जो राजा है वो आम आदमी नहीं है। भाई सभी आम आदमी है जिसकी सोच ये, जो सोच इसके साथ में जुड़ी हुई है कि हिंदुस्तान का भला हो और अच्छे से हो, जो कि करप्ट ना हो, जो कि क्रिमिनल्स ना हो, वो आम आदमी है सर। इसका पैसे से लेना देना नहीं है ज़्यादा। ਔਰ ਇੱਥੇ ਹੀ ਇੱਕ ਹੋਰ ਪੱਖ ਜਿਹੜਾ ਕਿ ਆਉਂਦਾ ਕਿ ਜੇ ਆਪਾਂ ਦੇਖੀਏ ਕਿ ਜਿਹੜੇ ਕਾਂਗਰਸ ਜਾਂ ਬੀਜੇਪੀ ਦੇ ਵਿੱਚ ਧਰਮਿੰਦਰ, ਵਿਨੋਦ ਖੰਨਾ, ਹੇਮਾ ਮਾਲਿਨੀ, ਇਹਨਾਂ ਸਾਰਿਆਂ ਨੇ ਆਪਣਾ ਆਪਣਾ ਮਤਲਬ ਫੇਮ ਜਿਹੜਾ ਹੈ ਉਹ ਯੂਜ਼ ਕਰਦੇ ਨੇ। ਬਿਲਕੁਲ। ਤੇ ਆਪਾਂ ਨੂੰ ਦੇਖਣ ਨੂੰ ਮਿਲਿਆ ਕਿ ਜੱਸੀ ਜਸਰਾਜ ਜਿਹੜੇ ਕਿ ਸਿੰਗਰ ਬਹੁਤ ਮਸ਼ਹੂਰ ਨੇ, ਉਸ ਤੋਂ ਬਾਅਦ ਗੁਲਪਨਾਗ ਜੀ, ਉਹਨਾਂ ਦੇ ਨਾਮ ਤੋਂ ਹੀ ਮਤਲਬ ਕਾਫੀ ਜ਼ਿਆਦਾ, ਤੇ ਭਗਵੰਤ ਮਾਨ ਜੀ, ਇਹ ਫੇਮ ਨੂੰ ਯੂਜ਼ ਕਰਨਾ ਇੱਕ ਤਰ੍ਹਾਂ ਕੀ ਇਹ ਪੋਲੀਟੀਕਲ ਸਟੰਟ ਹੀ ਹੋ ਗਿਆ ਜਾਂ? ਦੇਖੋ ਜਿਹੜੇ ਸੈਲੀਬ੍ਰਿਟੀਜ਼ ਨੇ, ਜਿਵੇਂ ਤੁਸੀਂ ਨਾਂ ਲਏ ਨੇ ਹੈ ਨਾ, ਉਹ ਹਰੇਕ ਪਾਰਟੀ ਦੇ ਵਿੱਚ ਆ। ਅਸੀਂ ਜਿਵੇਂ ਫਿਰ ਉਹੀ ਗੱਲ ਹੁੰਦੀ ਹੈ ਵੀ ਅਸੀਂ ਇਮੋਸ਼ਨਲ ਰਹਿੰਦੇ ਹਾਂ, ਅਸੀਂ ਕੋਈ ਮੂਵੀ ਦੇਖਣ ਜਾਂਦੇ ਹਾਂ, ਅਸੀਂ ਉਹ ਮੂਵੀ ਨੂੰ ਜਾਂ ਕੋਈ ਸੀਰੀਅਲ ਆਉਂਦਾ ਅਸੀਂ ਆਪਣੀ ਘਰੇਲੂ ਜ਼ਿੰਦਗੀ ਦੇ ਵਿੱਚ ਢਾਲ ਲੈਂਦੇ ਹਾਂ। ਅਸੀਂ ਆਪਣੇ ਆਪ ਨੂੰ ਕਰਦੇ ਹਾਂ ਕਿ ਵੀ ਸਾਡਾ ਹੀ ਵੀ ਜਿਹੜੀ ਕੁਛ ਉਹ ਕਰ ਰਹੇ ਨੇ ਠੀਕ ਕਰ ਰਹੇ ਨੇ, ਸਾਡੀ ਜਿਹੜੀ ਪ੍ਰੈਜ਼ੈਂਟ ਜਿਹੜੀ ਜ਼ਿੰਦਗੀ ਹੈ ਨਾ ਉਹਦੇ ਨਾਲ ਜੋੜ ਲਈਦਾ। ਜਿਹੜੀ ਭਗਵੰਤ ਮਾਨ ਦੀ ਗੱਲ ਕਰਦੇ ਹਾਂ ਵੀ ਜਿਹੜਾ ਉਹਨਾਂ ਦਾ ਕੈਰੀਅਰ ਦੇ ਵਿੱਚ ਸੀਗਾ, ਜਦੋਂ ਉਹਨਾਂ ਦੀ ਅਸੀਂ ਕਾਮੇਡੀ ਸੁਣਦੇ ਹੁੰਦੇ ਸੀ ਨਾ, ਕਈ ਗੱਲਾਂ ਲੱਗਦੀਆਂ ਹੁੰਦੀਆਂ ਸੀ ਵੀ ਇਹ ਸੱਚ ਤਾਂ ਹੈਗੀਆਂ ਪਰ ਸਾਤੋਂ ਨਹੀਂ ਬੋਲੀਆਂ ਜਾਂਦੀਆਂ। ਵੀ ਕਾਂਟ ਐਕਟ, ਵੀ ਕਾਂਟ ਪਲੇ, ਪਰ ਇਹ ਲੱਗਦਾ ਹੁੰਦਾ ਸੀ ਹੀ ਵਾਜ਼ ਐਕਟਿੰਗ ਐਟ ਦੈਟ ਟਾਈਮ। ਆਫ ਕੋਰਸ ਹੀ ਵਾਜ਼ ਐਕਟਿੰਗ, ਰਾਈਟ, ਹੈ ਨਾ। ਹੁਣ ਐਕਟਿੰਗ ਦੇ ਨਾਲ ਉਹ ਸਕ੍ਰਿਪਟ ਪੜ੍ਹਦੇ ਹੁੰਦੇ ਸੀ, ਪਰ ਜਦੋਂ ਅਸੀਂ ਉਹ ਜਦੋਂ ਸਕ੍ਰਿਪਟ ਉਹਨਾਂ ਦੀ ਇੰਨੀ ਕੁ ਯੂਨੀਫਾਰਮ ਰਹੀ ਤੇ ਲੋਕਾਂ ਨੂੰ ਲੱਗਿਆ ਵੀ ਕਿ ਸੱਚਾਈ ਹੈ ਉਹਦੇ ਵਿੱਚ, ਸੱਚਾਈ ਦੇ ਨਾਲ ਜੁੜਨ ਨੂੰ ਮੌਕਾ ਮਿਲਦਾ। ਉਸ ਤੋਂ ਬਾਅਦ ਇਹ ਜ਼ਰੂਰੀ ਨਹੀਂ ਵੀ ਜੇ ਹੁਣ ਕਲਾਕਾਰ ਜਿਹੜੇ ਹੁਣ ਜਿਵੇਂ ਹੇਮਾ ਮਾਲਿਨੀ ਜਾਂ ਉਹ ਆ ਵੀ ਹੇਮਾ ਮਾਲਿਨੀ ਜੇ ਹੁਣ ਅੱਜ ਇਲੈਕਸ਼ਨ ਲੜ ਰਹੀ ਹੈ, ਤੁਹਾਨੂੰ ਬਸੰਤੀ ਦਾ ਰੋਲ ਤਾਂ ਨਹੀਂ ਉੱਥੇ ਕਰਨਾ ਪੈਣਾ, ਰਾਈਟ। ਸੋ ਸ਼ੀ ਵਾਜ਼ ਐਕਟਿੰਗ ਐਟ ਦੈਟ ਟਾਈਮ, ਪੀਪਲ ਲਾਈਕ ਹਰ। ਜਿਹੜੀ ਨੇਮ ਰੈਕੋਗਨੀਸ਼ਨ ਆ ਉਹ ਬੜੀ ਇੰਪੋਰਟੈਂਟ ਹੁੰਦੀ ਆ ਕਿਸੇ ਵੀ ਪੋਲੀਟੀਕਲ ਪਾਰਟੀ ਦੇ ਲਈ। ਉਹ ਪੋਲੀਟੀਕਲ ਪਾਰਟੀਆਂ ਇਹ ਨੇ ਵੀ ਤੁਹਾਨੂੰ ਜਦੋਂ ਇਲੈਕਸ਼ਨ ਹੁੰਦੀਆਂ ਨੇ ਤਾਂ ਉਹਨਾਂ ਨੂੰ ਵੀ ਲੋੜ ਹੁੰਦਾ ਵੀ ਸਾਨੂੰ ਫੇਮ ਦੀ ਲੋੜ ਆ। ਫੇਮ ਦੇ ਵਿੱਚ ਇਟਸ ਪਰਟੀਕੁਲਰ ਕਨਸਟੀਚੁਐਂਸੀ ਦੇ ਵਿੱਚ ਨਹੀਂ, ਦੂਜੀਆਂ ਰਾਈਡਿੰਗ ਦੇ ਵਿੱਚ ਵੀ ਹੈਲਪ ਹੋਊਗੀ ਜੇ ਨੇਮ ਰੈਕੋਗਨੀਸ਼ਨ ਹੈਗੀ ਆ। ਉਹਦੇ 'ਚ ਤੁਹਾਡੀ ਗੱਲ ਬਿਲਕੁਲ ਵਾਜਬ ਆ ਕਿ ਆਮ ਆਦਮੀ ਪਾਰਟੀ ਦੇ ਵਿੱਚ ਵੀ ਕਈ ਸੈਲੀਬ੍ਰਿਟੀਜ਼ ਨੇ ਜਿਨ੍ਹਾਂ ਨੇ ਆਪਣੇ ਆਪ ਪਹੁੰਚ ਕੀਤੀ ਕਿ ਵੀ ਵਾਂਟ ਟੂ ਪਲੇ ਏ ਰੋਲ ਟੂ। ਅਤੇ ਉਹਨਾਂ ਦਾ ਜਿਹੜਾ ਜਾਣੀ ਦ ਵੇ ਦੇ ਇਲੈਕਟ ਦ ਕੈਂਡੀਡੇਟ ਜਿਹੜੇ ਗ੍ਰੈਸ ਰੂਟ ਦੇ ਵਿੱਚ ਸ਼ੁਰੂ ਹੋਈ ਸੀ, ਮੈਂ ਪਹਿਲਾਂ ਗੱਲ ਕੀਤੀ ਸੀ, ਉਹਨਾਂ ਨੇ ਨਾ ਥੋੜ੍ਹੇ ਜਿਹਾ ਟਾਈਮ ਘੱਟ ਹੋਣ ਕਰਕੇ ਨਹੀਂ ਮਿਲਿਆ। ਉਸ 'ਚ ਜਿੰਨੇ ਵੀ ਕੈਂਡੀਡੇਟ ਸੀ ਨਾ, ਯੂ ਜਸਟ ਅਪਲਾਈ ਆਨਲਾਈਨ, ਅਪਲਾਈ ਕਰਕੇ ਉਹਨਾਂ ਜਿਹੜੇ ਮੈਂਬਰ ਹੁੰਦੇ ਸੀ ਆਮ ਆਦਮੀ ਪਾਰਟੀ ਦੇ, ਉਹਨਾਂ ਨੂੰ ਐਕਸੈਸ ਹੁੰਦੀ ਸੀ। ਸੋ ਜੇ ਉਹਨਾਂ ਦਾ ਕੋਈ ਕਮੈਂਟ ਜਾਂ ਕੰਪਲੀਮੈਂਟ ਜਾਂ ਕੋਈ ਗਲਤ ਹੁੰਦੀ ਸੀ ਉਹ ਉੱਤੇ ਦੱਸ ਦਿੰਦੇ ਸੀ। ਜੇ ਉਹਨਾਂ ਨੂੰ ਉਦੋਂ ਹੁੰਗਾਰਾ ਮਿਲਿਆ ਸੀ ਤਾਂ ਹੀ ਆਪ ਨੇ ਉਦੋਂ ਉਹ ਕੈਂਡੀਡੇਟ ਬਣਾਏ ਸੀ। ਸੋ ਤੁਹਾਡੇ ਕਹਿਣ ਦਾ ਮਤਲਬ ਹੈ ਕਿ ਇਹ ਸਾਰਾ ਕੁਝ ਆਨਲਾਈਨ ਹੋਇਆ? ਇਹ ਜਿਹੜੀ ਪਾਰਲੀਮੈਂਟ ਦਾ ਟੋਟਲ ਨਹੀਂ ਹੋਇਆ ਪਰ ਮੋਸਟਲੀ ਸੀਟਾਂ ਦਾ ਹੀ ਹੋਇਆ। ਕਿ ਉਹਨਾਂ ਦੇ ਵਿੱਚ ਜਿਹੜੇ ਕੈਂਡੀਡੇਟ ਸੀ ਉਹ ਲੋਕਾਂ ਨੂੰ ਪਤਾ ਸੀ ਵੀ ਇਹ ਲੋਕ ਇੰਟਰਸਟ ਰੱਖਦੇ ਨੇ। ਜੇ ਲੋਕਾਂ ਨੇ ਉਹਨਾਂ ਨੂੰ ਚੁਣਨ ਤੋਂ ਪਹਿਲਾਂ ਜਿਹੜੇ ਵਿਚਾਰ ਦੇਣੇ ਸੀ ਉਹ ਦਿੱਤੇ ਗਏ ਆਮ ਆਦਮੀ ਨੇ। ਦਿੱਲੀ ਵਿੱਚ ਟੋਟਲੀ ਹੋਇਆ ਸੀ ਜਦੋਂ ਦਿੱਲੀ ਦੀ ਅਸੈਂਬਲੀ ਇਲੈਕਸ਼ਨ ਹੋਈਆਂ ਸੀ, ਉਹਨਾਂ ਨੇ ਕਿਹਾ ਸੀ ਵੀ ਇਸ ਬਾਰੇ ਵੀ ਕਰਾਂਗੇ। ਪਹਿਲਾਂ ਨਾਲ ਤਾਂ ਇਹਨਾਂ ਨੂੰ ਇਹ ਸੀ ਵੀ ਇਟਸ ਅ ਬਿਗ ਇਲੈਕਸ਼ਨ, ਲਾਈਕ 500 ਤੋਂ ਵੱਧ ਤੁਸੀਂ ਜੇ ਕੈਂਡੀਡੇਟ ਖੜੇ ਕਰਨੇ ਹੋਣ ਤਾਂ ਯੂ ਨੀਡ ਅ ਲੋਟ ਆਫ ਇਨਫਰਾਸਟ੍ਰਕਚਰ, ਰਾਈਟ। ਪਰ ਦੇ ਟਰਾਈਡ ਇਟ। ਐਂਡ ਜਿਹੜੀ ਗ੍ਰਾਸ ਰੂਟ ਪੋਲਿਟਿਕਸ ਹੁੰਦੀ ਹੈ ਨਾ, ਹੁਣ ਅਸੀਂ ਸਾਡੀ ਬਿਗੇਸਟ ਡੈਮੋਕ੍ਰੇਸੀ ਤਾਂ ਰਹੀ ਆ ਇੰਡੀਆ ਦੀ, ਪਰ ਜਦੋਂ ਹੁਣ ਇੱਥੇ ਤੁਸੀਂ ਕੈਨੇਡਾ ਦੀਆਂ ਜਿੰਨੀਆਂ ਵੀ ਪੋਲੀਟੀਕਲ ਪਾਰਟੀਜ਼ ਆ, ਇਹਨਾਂ ਦੀ ਤੁਸੀਂ ਆਪਾਂ ਡੈਮੋਕ੍ਰੇਸੀ ਦੇਖੀਏ ਵੀ ਇੰਟਰਨਲੀ ਹਾਊ ਡੈਮੋਕ੍ਰੈਟਿਕ ਦੇ ਆਰ। ਇਹਦੇ ਵਿੱਚ ਜਿਹੜੇ ਗ੍ਰਾਸ ਰੂਟਸ ਦੇ ਵਿੱਚ ਮੈਂਬਰਸ ਨੂੰ ਉਮੀਦਵਾਰ ਚੁਣਨ ਦਾ ਅਧਿਕਾਰ ਹੁੰਦਾ ਜੀ। ਉੱਥੇ ਸਾਨੂੰ ਪਾਰਟੀਆਂ ਸਟੈਂਪ ਲਾਉਂਦੀਆਂ ਨੇ, ਪਾਰਟੀ ਵੱਲੋਂ ਅਸੀਂ ਨੋਮੀਨੇਟ ਹੋ ਕੇ ਆਉਂਦੇ ਹਾਂ। ਸ਼ੁਰੂਆਤ ਕੀਤੀ ਆਮ ਆਦਮੀ ਪਾਰਟੀ ਨੇ, ਕਾਂਗਰਸ ਨੇ ਵੀ ਪ੍ਰੋਮਿਸ ਕੀਤਾ ਸੀ ਕਿ ਅਸੀਂ 15 ਉਮੀਦਵਾਰ ਇਹੋ ਜਿਹੇ ਚੁਣਾਂਗੇ ਜਿਹੜੀ ਗ੍ਰਾਸ ਰੂਟ ਹੋ, ਪਰ ਹਜੇ ਤੱਕ ਢਾਂਚਾ ਨਹੀਂ ਪੂਰਾ ਸੈਟਅਪ ਹੋਇਆ। ਰਾਈਟ गौतम जी, ਤੁਸੀਂ ਕੁਝ ਕਹਿਣਾ ਚਾਹ ਰਹੇ ਸੀਗੇ? हाँ, मैं जो पहले वाली बात थी उसमें ऐड करना चाह रहा था। जैसे कि इंडिया में ऐसा हो गया कि 3 ही क्लास बच गई हैं, पॉलिटिशियंस, ब्यूरोक्रेट्स
एंड जो सेलिब्रिटीज़ की हम बात कर रहे हैं कि वो पूरे हिंदुस्तान को अपनी अंगुली पर नचाते हैं। वो जहाँ जाते हैं वहाँ पे जो करते हैं वो होता है। मैं एग्जांपल दूंगा, राजस्थान के अंदर लास्ट टाइम जो चुनाव हुआ था तो धर्मेंद्र साहब जो थे वो बीकानेर की कॉन्स्टिट्यूशन खड़े हुए, वहाँ से वो MP बने। वो गए वहाँ पे एक बार जाके उन्होंने घुमा फिरा, वहाँ पे चुनाव जीत लिया। उसके बाद में सर जी वो 5 साल में 5 बार भी वहाँ पे नहीं गए होंगे। अगर वहाँ से वो MP बन गए तो MP बनना ही क्या वहाँ की उनकी जिम्मेदारी है या वहाँ पे आगे कुछ करना है उसके, इसी में फ़र्क ढूंढना है जनता को। एक्चुअली यही बात है, क्योंकि देखो ये लोग, अभी मैं सचिन तेंदुलकर का बहुत बड़ा फ़ैन हूँ, ही इज़ ए गुड प्लेयर। उसको MP बना दिया वहाँ पे पार्लियामेंट के अंदर, वो खेलता है क्रिकेट बेचारा, आज यहाँ होता है, कल वहाँ होता है, परसों वहाँ होता है। क्या वो अपनी ड्यूटी कर पाएगा वहाँ पे एज MP? तो बात यह है कि किसी आदमी की कोई फेम है, उसका फ़ायदा उठा के आप उसको एक पद दे देते हो और वहाँ पे आपको एक सीट मिल जाती है, आप अपनी गवर्नमेंट को ऐड करने के लिए आपको एक सीट और मिल गई, वो ज़्यादा इंपॉर्टेंट है या जनता की सेवा करना ज़्यादा इंपॉर्टेंट है? सर जी, जैसे कि केजरीवाल साहब कहते हैं कि राजनीति देखो उन लोगों ने भी की थी, सरदार वल्लभ भाई पटेल, उन लोगों ने अपना जीवन त्याग दिया उसके लिए पूरा। यहाँ पे आज राजनीति हो गई सिर्फ नेम और फेम की। दैट्स इट्स, मैं यही ऐड करना चाह रहा था इसके अंदर। यार ਇੱਥੇ ਹੀ ਲਵਾਂਗੇ ਇੱਕ ਛੋਟਾ ਜਿਹਾ ਬ੍ਰੇਕ, ਔਰ ਬ੍ਰੇਕ ਤੋਂ ਬਾਅਦ ਗੱਲਬਾਤ ਇਦਾਂ ਹੀ ਜਾਰੀ ਰਹੂਗੀ।